Good morning, students. Let's start with our topic, the Chinese Revolution of 1911. Is the English version ਜਿਹੜੀ ਹੈ I've already given it to you and I thought कि ਜਿਹੜੇ ਬੱਚੇ ਪੰਜਾਬੀ medium ਵਾਲੇ ਨੇ ਜਾਂ ਹਿੰਦੀ medium ਵਾਲੇ ਹੈ normally they follow this book ਵਿਸ਼ਵ ਦਾ ਇਤਿਹਾਸ by Dr. A.C. ਅਰੋੜਾ ਤੇ ਕਿਉਂ ਨਾ ਮੈਂ ਇਹਨਾਂ ਦੀ ਆਪਣੀ book ਚੋਂ ਵੀ ਇਹਨਾਂ ਨੂੰ explain ਕਰਾਂ ठीक है जी सो चलो आज आप करते हैं द चाइनीज़ रेवोल्यूशन ऑफ 1911 की कुछ करना है देखो सब तो पहला बच्चे ये रेवोल्यूशन के कारण या उसके कॉजेस फिर इस रेवोल्यूशन के ईवेंट या इसकी आप स्प्रैड की गल करिए और तीजा पार्ट इसका इंपैक्ट होएगा एक होर गल बड़ी इंपॉर्टेंट है ਜਦੋਂ ਵੀ ਆਪਾਂ ਚਾਈਨੀਜ਼ ਰੈਵੋਲੂਸ਼ਨਸ ਕਰਦੇ ਹੈ ਤੇ ਦੇ ਆਰ ਟੂ ਰੈਵੋਲੂਸ਼ਨਸ ਇੱਕ 1911 ਦੀ ਔਰ ਦੂਸਰਾ 1949 ਦੀ ਇਹ ਜਿਹੜਾ ਮੇਰਾ ਵੀਡੀਓ ਲੈਕਚਰ ਹੈ ਇਹ ਸਿਰਫ 1911 ਵਾਲੀ ਜਿਹੜੀ revolution ਹੈ that is what we will be tackling about right so ਸਭ ਤੋਂ ਪਹਿਲਾਂ ਆਪਾਂ ਆਪਣਾ ਪੈਨ ਵੀ ਲੈ ਲੈਣੇ I'll just have my pen as well ਠੀਕ ਹੈ ਜੀ ਸੋ 20ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਚੀਨ ਦੇਸ਼ ਦੀ ਹਾਲਾਤ ਬਹੁਤ ਜ਼ਿਆਦਾ ਚਿੰਤਾਜਨਕ ਹੋ ਗਏ ਸੀ ਜੇ ਮੈਂ ਤੁਹਾਨੂੰ ਬੱਚੇ ਬੜੇ ਸਿੰਪਲ ਵੇ ਦੇ ਨਾਲ ਦੱਸਾਂ ਤੇ ਇੱਥੋਂ ਦੇ ਜਿਹੜੇ ਰੂਲਰਸ ਨੇ they were known as the Manchu rulers right ਔਰ ਇਹਨਾਂ ਮਾਂਚੂ ਸ਼ਾਸਕਾਂ ਦੀ ਅਯੋਗਤਾ ਅਤੇ ਵਿਦੇਸ਼ੀ ਸ਼ਕਤੀਆਂ ਦੇ ਲਗਾਤਾਰ ਸ਼ੋਸ਼ਣ ਕਾਰਨ ਦੇਸ਼ ਦੀ ਅਵਸਥਾ ਬਹੁਤ ਜ਼ਿਆਦਾ ਵਿਗੜ ਚੁੱਕੀ ਸੀ ਚੀਨੀ ਲੋਕਾਂ ਦਾ ਜੀਵਨ ਪੱਧਰ ਬਹੁਤ ਗਿਰ ਚੁੱਕਿਆ ਸੀ ਇਸ ਦੇ ਨਾਗਰਿਕਾਂ ਦੀ ਵਿਦੇਸ਼ਾਂ ਵਿੱਚ ਕੋਈ ਕਦਰ ਨਹੀਂ ਸੀ ਇਸ ਦੀ ਰਾਜਨੀਤਿਕ ਤੇ ਸੈਨਿਕ ਦੁਰਬਲਤਾ ਤੋਂ ਸਾਰੀ ਦੁਨੀਆ ਜਾਣੂ ਹੋ ਚੁੱਕੀ ਸੀ ਅੰਧ ਵਿਸ਼ਵਾਸ ਅਤੇ ਭ੍ਰਿਸ਼ਟਾਚਾਰ ਚੀਨ ਦੇ ਸਮਾਜ ਨੂੰ ਅੰਦਰੋਂ ਅੰਦਰ ਇੱਕ ਕੂੜੇ ਵਾਂਗ ਖਾ ਰਿਹਾ ਸੀ ਅਜਿਹੀ ਪਰਿਸਥਿਤੀਆਂ ਵਿੱਚ ਅਜਿਹੀ ਹਾਲਾਤਾਂ ਦੇ ਵਿੱਚ ਚੀਨ ਦੇ ਲੋਕਾਂ ਨੇ 1911 ਵਿੱਚ ਆਪਣੇ ਸ਼ਾਸਕਾਂ ਵਿਰੁੱਧ ਇੱਕ ਰੈਵੋਲੂਸ਼ਨ ਸ਼ੁਰੂ ਕੀਤੀ ਰਾਈਟ ਔਰ ਇਸ ਰੈਵੋਲੂਸ਼ਨ ਦੇ ਨੂੰ ਲਿਆਉਣ ਵਾਲੇ ਇੱਕ ਬਹੁਤ ਮਹਾਨ ਸ਼ਖਸੀਅਤ ਨੇ ਜਿਨ੍ਹਾਂ ਦਾ ਨਾਮ ਹੈ ਡਾਕਟਰ ਸਨ ਯੈਤਸਨ ਉਹਨਾਂ ਨੇ ਬਹੁਤ ਹੀ ਇੰਪੋਰਟੈਂਟ ਮਹੱਤਵਪੂਰਨ ਭੂਮਿਕਾ ਜਿਹੜੀ ਹੈ ਉਹ ਨਿਭਾਈ ਹੁਣ ਆਪਾਂ ਕਹਿੰਦੇ ਆ ਬੱਚੇ ਦੇਖੋ ਬੇਸਿਕਲੀ ਜਦੋਂ ਵੀ ਆਪਾਂ ਕਿਸੇ ਵੀ ਰੈਵੋਲੂਸ਼ਨ ਦੀ ਗੱਲ ਕਰਦੇ ਹਾਂ ਚਾਈਨੀਜ਼ ਹੋ ਗਿਆ ਰਸ਼ੀਅਨ ਹੋ ਗਿਆ ਫ੍ਰੈਂਚ ਹੋ ਗਿਆ ਹਰ ਇੱਕ ਰੈਵੋਲੂਸ਼ਨ ਦੇ ਕਾਰਨ ਜਿਵੇਂ ਕਾਰਲ ਮਾਰਕਸ ਕਹਿੰਦੇ ਨੇ ਕਿ ਹਰ ਇੱਕ ਸੁਸਾਇਟੀ ਦੇ ਵਿੱਚ ਦੋ ਲੋਕ ਨੇ ਵਨ ਦ ਹੈਵਸ ਜਿਨ੍ਹਾਂ ਕੋਲ ਸਭ ਕੁਝ ਹੈ ਜਿਨ੍ਹਾਂ ਕੋਲ ਸਾਰੀ ਪ੍ਰਿਵਿਲੇਜਸ ਹੈ ਦੂਸਰਾ ਆਰ ਦੀ ਹੈਵ ਨੋਟਸ ਜਿਨ੍ਹਾਂ ਕੋਲ ਕੋਈ ਪ੍ਰਿਵਿਲੇਜਸ ਨਹੀਂ ਹੈ ਔਰ ਜਦੋਂ ਹੈਵ ਨੋਟਸ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਭਾਵਨਾ ਆ ਜਾਂਦੀ ਹੈ ਕਿ ਸਾਨੂੰ ਆਪਣਾ ਸਮਾਜ ਬਿਹਤਰ ਕਰਨਾ ਹੈ ਉਦੋਂ ਇੱਕ ਰੈਵੋਲੂਸ਼ਨ ਜਿਹੜੀ ਹੈ ਉਹ ਜਨਮ ਲੈਂਦੀ ਹੈ ਰਾਈਟ ਹੁਣ ਆਪਾਂ ਦੇਖਦੇ ਹਾਂ ਕਿ ਚਾਈਨੀਜ਼ ਰੈਵੋਲੂਸ਼ਨ ਆਫ 1911 ਇਸ ਦੇ ਕੀ ਕਾਜ਼ਸ ਸੀ ਨੰਬਰ 1 ਬੇਟੇ inefficiency of the Manchu dynasty ਜਾਂ ਮਾਂਚੂ ਵੰਸ਼ ਦਾ ਪੁਰਾਤਨਵਾਦ ਅਤੇ ਉਸ ਦੀ ਅਯੋਗਤਾ ਦੂਸਰਾ ਰਿਫਾਰਮ ਮੂਵਮੈਂਟ ਇਨ ਚਾਈਨਾ ਵਿੱਚ ਸੁਧਾਰ ਅੰਦੋਲਨ ਰਾਈਟ ਤੀਸਰਾ ਪੁਆਇੰਟ ਹੈ ਤੁਹਾਡਾ ਮਹਾਰਾਣੀ ਸੂ ਹਸੀ ਦੀ ਮੌਤ ਨਵੰਬਰ 1908 ਦ ਡੈਥ ਆਫ ਐਮਪ੍ਰੈਸ Tisu Hasi. Then number 4, overpopulation and problem of food. Number 5, economic discontent and heavy taxes. Number 6, influence of the immigrants या प्रवासियां दा प्रभाव ठीक है जी आई थिंक अपने दो कारण होने अगला है सिक्ख्या दा स्प्रेड या सिक्ख्या दा प्रसार ठीक है जी then is spread of Christianity then is role of the press role of Dr. Sun Yat-sen ठीक है जी oops sorry extremely sorry right so role of Sun Yat-sen te baad jira ne we have the influence of the revolutionary groups then grievances of various sections of the society or last ਦੇ ਵਿੱਚ ਹੈ ਤੁਹਾਡਾ immediate cause right so ਪਹਿਲਾ ਆਪਾਂ let's just focus on the causes and we'll start from the first one ਹਾਂਜੀ ਸੋ ਪਹਿਲਾ ਕਾਰਨ ਹੈ ਕੰਜ਼ਰਵੇਟਿਜ਼ਮ ਅਤੇ ਇਨਐਫੀਸ਼ੀਐਂਸੀ ਆਫ ਮਾਂਚੂ ਡਾਇਨੈਸਟੀ ਯਾਨੀ ਕਿ ਮਾਂਚੂ ਵੰਸ਼ ਦਾ ਪੁਰਾਤਨਵਾਦ ਅਤੇ ਉਹਨਾਂ ਦੀ ਅਯੋਗਤਾ
ਦੇਖੋ ਮਾਂਚੂ ਵੰਸ਼ ਦੇ ਸ਼ਾਸਕਾਂ ਨੇ 17ਵੀਂ ਸਦੀ ਦੇ ਸ਼ੁਰੂ ਵਿੱਚ ਚੀਨ ਵਿੱਚ ਆਪਣਾ ਸ਼ਾਸਨ ਸਥਾਪਿਤ ਕੀਤਾ ਸੀ ਰਾਈਟ ਔਰ ਮਾਂਚੂ ਵੰਸ਼ ਜਿਹੜੇ ਨੇ ਮਨਚੂਰੀਆ that is a province in ਚਾਈਨਾ ਉੱਥੋਂ ਦੇ ਰਹਿਣ ਵਾਲੇ ਸੀ ਅਤੇ 1619 ਵਿੱਚ ਮਾਂਚੂ ਤੋਂ ਪਹਿਲਾਂ ਇੱਥੇ ਮਿੰਗ ਵੰਸ਼ ਦੀ ਸ਼ਕਤੀ ਸੀ ਜਿਸ ਨੂੰ ਉਹਨਾਂ ਨੇ ਨਸ਼ਟ ਕੀਤਾ ਸੀ ਔਰ ਬਾਅਦ ਦੇ ਵਿੱਚ in the 17th century they established the Manchu dynasty ਇਸ ਵੰਸ਼ ਦੇ ਰਾਜਿਆਂ ਨੂੰ ਆਪਣੇ ਰਾਜਕਾਲ ਸਮੇਂ ਕਈ ਵਿਨਾਸ਼ਕਾਰੀ ਯੁੱਧਾਂ ਤੇ ਭਿਆਨਕ ਵਿਦਰੋਹਾਂ ਦਾ ਸਾਹਮਣਾ ਕਰਨਾ ਪਿਆ 18ਵੀਂ ਸਦੀ ਦੇ ਅੰਤ ਤੱਕ ਇਸ ਵੰਸ਼ ਦੇ ਸ਼ਾਸਕਾਂ ਦੀ ਸ਼ਾਨ ਅਤੇ ਸ਼ਕਤੀ ਦੋਨੋਂ ਹੀ ਘਟਣ ਲੱਗ ਪਈ ਸੀ ਇਸ ਵੰਸ਼ ਦੇ ਵਿਲਾਸੀ ਸ਼ਾਸਕਾਂ ਦੀ ਅਯੋਗਤਾ ਅਤੇ ਰਾਜ ਪ੍ਰਬੰਧ ਵਿੱਚ ਫੈਲੇ ਭ੍ਰਿਸ਼ਟਾਚਾਰ ਨੇ ਚੀਨ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਅਸੰਤੁਸ਼ਟ ਕਰਤਾ ਸੀ ਕਿਉਂਕਿ ਬੱਚੇ ਦੇ ਕੁਡ ਫੀਲ ਦੈਟ ਮਾਂਚੂ ਰੂਲਰਸ ਜਿਹੜੇ ਨੇ ਦੇ ਆਰ ਇਨਐਫੀਸ਼ੀਐਂਟ ਉਹਨਾਂ ਦੇ ਅੰਡਰ ਕੋਈ ਵੀ ਰਿਫਾਰਮ ਜਿਹੜਾ ਹੈ ਉਹ ਨਹੀਂ ਹੋ ਰਿਹਾ ਹੈ right number 2 is the reform movement in China 1894-95 ਦਾ ਸਮਾਂ ਬੜਾ ਇੰਪੋਰਟੈਂਟ ਹੈ ਚਾਈਨਾ ਦੇ ਲਈ ਕਿਉਂਕਿ ਇਸ ਟਾਈਮ ਪੀਰੀਅਡ ਦੇ ਵਿੱਚ ਬੜੀ ਇੰਪੋਰਟੈਂਟ ਬੈਟਲ ਹੋਈ ਸੀ ਬਿਟਵੀਨ ਦ ਚਾਈਨਾ ਐਂਡ ਜਾਪਾਨ ਵਿਚ ਵੀ ਕਾਲ ਐਜ਼ ਦੀ ਸਿਨੋ ਜਾਪਨੀਜ਼ ਵਾਰ ਪਹਿਲੀ ਸਿਨੋ ਜਾਪਨੀਜ਼ ਵਾਰ ਔਰ ਇਸ ਦੇ ਵਿੱਚ ਜਾਪਾਨ ਦੀ ਜਿੱਤ ਹੋਈ ਸੀ ਹੁਣ ਜਾਪਾਨ ਦੀ ਜਿੱਤ ਨੇ ਚਾਈਨਾ ਦੇ ਲੋਕਾਂ ਨੂੰ ਇੱਕ ਜਾਗਰਤੀ ਪੈਦਾ ਕਰ ਦਿੱਤੀ ਕਿ ਦੇਖੋ ਜਾਪਾਨ ਮੈਜੀ ਰੈਸਟੋਰੇਸ਼ਨ ਦੇ ਅੰਦਰ ਕਿਵੇਂ ਵੈਸਟਰਨਾਈਜ਼ ਢੰਗ ਦੇ ਨਾਲ ਮਾਡਰਨਾਈਜ਼ ਹੋ ਰਿਹਾ ਹੈ ਔਰ ਲੋਕਾਂ ਦੇ ਵਿੱਚ ਵੀ ਇਹ ਜਾਗਰਤੀ ਆਈ ਔਰ ਉਹਨਾਂ ਨੇ ਵੀ ਚਾਈਨਾ ਦੇ ਵਿੱਚ ਰਿਫਾਰਮਸ ਦੀ ਗੱਲ ਕੀਤੀ ਹੁਣ ਰਿਆਸਤਾਂ ਲਈ ਸੰਘਰਸ਼ ਜਾਂ ਬੈਟਲ ਫॉर ਕੰਸੈਸ਼ਨਸ ਨੇ ਚੀਨ ਦੀ ਦੁਰਬਲਤਾ ਪ੍ਰਗਟ ਕਰ ਦਿੱਤੀ ਇਸ ਟਾਈਮ ਬੱਚੇ ਚੀਨ ਦੇ ਇੱਕ ਸੁਧਾਰਕ ਸਨ ਕੰਗ ਵੀ ਨਾਮਕ ਇੱਕ ਚੀਨੀ ਸੁਧਾਰਕ ਨੇ ਉਸ ਸਮੇਂ ਦੇ ਸਮਰਾਟ ਕੁਆਂਗ ਹੂ ਨੂੰ ਤੁਰੰਤ ਸੁਧਾਰ ਕਰਨ ਦੇ ਲਈ ਸਲਾਹ ਦਿੱਤੀ ਸਿੱਟੇ ਵਜੋਂ ਸਮਰਾਟ ਨੇ ਸ਼ਾਸਨ ਪ੍ਰਬੰਧ ਸਿੱਖਿਆ ਪ੍ਰਣਾਲੀ ਸੈਨਾ ਜਲ ਸੈਨਾ ਵਿੱਚ ਅਨੇਕ ਸੁਧਾਰ ਕੀਤੇ ਪਰੰਤੂ ਇਹ ਸੁਧਾਰ ਸਿਰਫ 100 ਦਿਨ ਤੱਕ ਹੀ ਪ੍ਰਚਲਿਤ ਰਹੇ ਇਹਨਾਂ ਸੁਧਾਰਾਂ ਦਾ ਰੂੜਾਵਾਦੀ ਲੋਕਾਂ ਵੱਲੋਂ ਵਿਰੋਧ ਹੋਇਆ ਯਾਨੀ ਕਿ ਇੱਕ ਪਾਸੇ ਬੱਚੇ ਰਿਫਾਰਮਸ ਹੋਏ ਦੂਜੇ ਪਾਸੇ ਜੋ ਲੋਕ ਥੋੜੇ ਕੰਜ਼ਰਵੇਟਿਵ ਸੀ ਉਹ ਇਹਨਾਂ ਰਿਫਾਰਮਸ ਨੂੰ ਲੈਣ ਦੇ ਲਈ ਤਿਆਰ ਨਹੀਂ ਸੀ ਸੁਧਾਰਵਾਦੀ ਰਾਜੇ ਨੂੰ ਗੱਦੀ ਤੋਂ ਉਤਾਰ ਦਿੱਤਾ ਗਿਆ ਔਰ ਉਹਨਾਂ ਦੇ ਥਾਂ ਤੇ ਮਹਾਰਾਣੀ ਸੂ ਹਸੀ ਨੂੰ ਗੱਦੀ ਉੱਤੇ ਬਿਠਾ ਦਿੱਤਾ ਗਿਆ ਨਾ ਰੂੜਾਵਾਦੀ ਮਹਾਰਾਣੀ ਨੇ ਤੁਰੰਤ ਸੁਧਾਰ ਬੰਦ ਕਰ ਦਿੱਤੇ ਪਰੰਤੂ ਸੁਧਾਰ ਜਿਹੜਾ ਹੈ ਸੀਕ੍ਰੇਟ ਤਰੀਕੇ ਦੇ ਨਾਲ ਗੁਪਤ ਤਰੀਕੇ ਦੇ ਨਾਲ ਸੁਧਾਰ ਹੁੰਦੇ ਰਹੇ 1900 ਦੇ ਵਿੱਚ ਬਾਕਸਰ ਵਿਦਰੋਹ ਦੇ ਪਿੱਛੋਂ ਮਹਾਰਾਣੀ ਨੂੰ ਵੀ ਸੀਮਿਤ ਸੁਧਾਰ ਕਰਨੇ ਪਏ ਪਰੰਤੂ ਉਦਾਰਵਾਦੀ ਅਤੇ ਪੜ੍ਹੇ ਲਿਖੇ ਇਹਨਾਂ ਸੁਧਾਰਾਂ ਤੋਂ ਅਸੰਤੁਸ਼ਟ ਨਾ ਹੋਏ ਹੌਲੀ ਹੌਲੀ ਰੂੜਾਵਾਦੀ ਵੰਸ਼ ਵਿਰੋਧਾਂ ਭਾਵਨਾਵਾਂ ਪ੍ਰਬਲ ਹੋਣ ਲੱਗ ਪਈਆਂ ਦੇਖੋ ਇਹ ਜਿਹੜੇ ਰਿਫਾਰਮਸ ਨੇ ਦੇ ਹੈਡ ਸਟਾਰਟਡ ਇਨ ਚਾਈਨਾ ਰਾਈਟ ਬਟ ਇਹ ਰਿਫਾਰਮਸ ਇੰਨੇ ਨਹੀਂ ਸੀ ਬੱਚੇ ਦੈਟ ਦੇ ਕੁਡ ਕਰਟੇਲ ਅ ਰੈਵੋਲਿਊਸ਼ਨ ਦੇਖੋ ਰੈਵੋਲਿਊਸ਼ਨ ਉਦੋਂ ਹੁੰਦੀ ਹੈ ਜਦੋਂ ਰਿਫਾਰਮਸ ਨਹੀਂ ਆਉਂਦੇ ਸੋ ਜੇਕਰ ਇੱਥੇ ਰਿਫਾਰਮਸ ਹੁੰਦੇ ਸ਼ਾਇਦ ਇਹ ਰੈਵੋਲਿਊਸ਼ਨ ਨਾ ਹੋ ਸਕਦੀ ਬਟ ਕਿਉਂਕਿ ਦੀ ਰਿਫਾਰਮਸ ਵਰ ਨਾਟ ਹੈਪਨਿੰਗ ਸੋ ਇਸ ਸਮੇਂ ਜਿਹੜਾ ਹੈ ਚਾਈਨਾ ਇੱਕ ਰੈਵੋਲਿਊਸ਼ਨ ਦੇ ਲਈ ਗਰਾਊਂਡ ਪ੍ਰਿਪੇਅਰ ਕਰ ਰਿਹਾ ਸੀ ਹੁਣ ਮਾਂਚੂ ਡਾਇਨੈਸਟੀ ਦੀ ਮੋਸਟ ਇੰਪੋਰਟੈਂਟ ਰੂਲਰ ਇਸ ਟਾਈਮ ਤੇ ਉਹਨਾਂ ਦੀ ਪ੍ਰਿੰਸੈਸ ਸੀ ਉਹਨਾਂ ਦੀ ਐਮਪਰੈਸ ਸੀ ਤਸੂ ਹਸੀ ਇਹਨਾਂ ਦੀ ਮੌਤ ਤੋਂ ਬਾਅਦ ਜਿਹੜਾ ਹੈ ਇੱਕ ਤਰੀਕੇ ਨਾਲ ਦ ਫਾਲ ਆਫ ਮਾਂਚੂ ਡਾਇਨੈਸਟੀ ਬਿਕੇਮ ਇਨਐਵਿਟੇਬਲ ਨਵੰਬਰ 1908 ਵਿੱਚ ਚੀਨ ਦੀ ਵਿਧਵਾ ਮਹਾਰਾਣੀ ਐਮਪਰਸ ਸੂ ਹਸੀ ਦੀ ਮੌਤ ਨੇ ਮਾਂਚੂ ਵੰਸ਼ ਦਾ ਪਤਨ ਨਿਸ਼ਚਿਤ ਕਰ ਦਿੱਤਾ 14 ਨਵੰਬਰ 1908 ਨੂੰ ਚੀਨ ਦੇ ਰਾਜਾ ਕੁਆਂਗ ਹਸੂ ਦਾ ਦੇਹਾਂਤ ਹੋ ਗਿਆ ਔਰ ਬਾਅਦ ਦੇ ਵਿੱਚ ਉਹਨਾਂ ਦੇ 73 ਸਾਲ ਦੀ ਉਮਰ ਵਿੱਚ ਹੀ ਤੰਦਰੁਸਤ ਅਤੇ ਪ੍ਰਭਾਵਸ਼ਾਲੀ ਸੀ ਨੇ ਸਵਰਗਵਾਸੀ ਰਾਜੇ ਦੇ 3 ਸਾਲਾਂ ਦੇ ਭਤੀਜੇ ਪੁਈ ਯੂ ਚਾਈਨੀਜ਼ ਮੈਨੂੰ ਨਹੀਂ ਆਉਂਦੀ ਸੋ ਮੇਰੇ ਪ੍ਰੋਨਾਂਸੀਏਸ਼ਨ ਗਲਤ ਹੋ ਸਕਦੀ ਹੈ ਆਮ ਰੀਲੀ ਸੌਰੀ ਫॉर दैट
ਪਿਊ ਈ ਨੂੰ ਨਵਾਂ ਰਾਜਾ ਘੋਸ਼ਿਤ ਕਰ ਦਿੱਤਾ। ਦੇਖੋ ਬੱਚੇ, ਇਹ ਉਹਨਾਂ ਦਾ ਭਤੀਜਾ ਸੀ ਔਰ ਕਈ ਕਿਤਾਬਾਂ ਦੇ ਵਿੱਚ 5 ਸਾਲ ਹੈ, ਕਈ ਦੇ ਵਿੱਚ 3 ਸਾਲ ਲਿਖਿਆ ਹੋਇਆ। ਉਹਨਾਂ ਨੂੰ ਰਾਜਾ ਘੋਸ਼ਿਤ ਕਰ ਦਿੱਤਾ ਔਰ 15 ਨਵੰਬਰ ਵਿਧਵਾ ਮਹਾਰਾਣੀ ਸੂ ਹਸੀ ਦੀ ਅਚਾਨਕ ਮੌਤ ਹੋ ਗਈ, ਜਿਸ ਕਰਕੇ ਹੁਣ ਇੰਜ ਲੱਗਿਆ ਕਿ ਜੋ ਇਹ ਮੰਚੂ ਡਾਇਨੈਸਟੀ ਦਾ ਪਤਨ ਹੌਲੀ ਹੌਲੀ ਹੋ ਰਿਹਾ ਸੀ, ਹੁਣ ਸ਼ਾਇਦ ਇਹ ਡਾਇਨੈਸਟੀ ਜਿਹੜੀ ਹੈ ਬਿਲਕੁਲ ਖਤਮ ਹੋਣ ਦੇ ਕਦਾਰ 'ਤੇ ਆ ਗਈ ਸੀ। ਚਾਈਨਾ ਦੇ ਵਿੱਚ ਓਵਰ ਪਾਪੂਲੇਸ਼ਨ ਦੀ ਪ੍ਰੋਬਲਮ ਵੀ ਸੀ ਐਂਡ ਓਵਰ ਪਾਪੂਲੇਸ਼ਨ ਦੇ ਨਾਲ ਫੂਡ ਦੀ ਪ੍ਰੋਬਲਮ ਵੀ ਆ ਗਈ। ਦੇਖੋ, ਵੈਸੇ ਤਾਂ ਚਾਈਨਾ ਬਹੁਤ ਵੱਡਾ ਕੰਟਰੀ ਔਰ ਇੰਜ ਲੱਗਦਾ ਹੈ ਕਿ ਇਹਨਾਂ ਨੂੰ ਕੀ ਪ੍ਰੋਬਲਮ ਫੂਡ ਦੀ ਹੋ ਸਕਦੀ ਹੈ, ਪਰ ਜੇਕਰ ਬੱਚੇ ਆਪਾਂ ਚਾਈਨਾ ਦਾ ਜੋਗ੍ਰਾਫਿਕਲੀ ਉਸ ਨੂੰ ਅੰਡਰਸਟੈਂਡ ਕਰੀਏ ਤੇ ਚਾਈਨਾ ਦਾ ਜਿਹੜਾ ਇੱਕ ਹਿੱਸਾ ਹੈ, ਜੇ ਤੁਸੀਂ ਚਾਈਨਾ ਨੂੰ ਡਾਇਗਨਲੀ ਡਿਵਾਈਡ ਕਰ ਦਿਓ ਤੇ ਜਿਹੜਾ ਲੈਫਟ ਸਾਈਡ ਦਾ ਹਿੱਸਾ ਹੈ ਉਹ ਸਾਰਾ ਜਿਹੜਾ ਹੈ ਮਾਊਂਟੇਨੀਅਸ ਐਂਡ ਪਲੇਟੂ ਟਾਈਪ ਹੈ, ਜਿਹਦੇ ਵਿੱਚ ਖੇਤੀਬਾੜੀ ਨਹੀਂ ਹੋ ਸਕਦੀ, ਰਾਈਟ। ਖੇਤਰਫਲ ਦੀ ਦ੍ਰਿਸ਼ਟੀ ਤੋਂ ਭਾਵੇਂ ਚੀਨ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ, ਫਿਰ ਵੀ ਇਸ ਦੀ ਜਨਸੰਖਿਆ ਇਸ ਦੇ ਜੋਗ੍ਰਾਫੀ ਤੋਂ ਜ਼ਿਆਦਾ ਸੀ। ਦੇਸ਼ ਦੀ ਭੂਮੀ ਦਾ ਵਧੇਰਾ ਹਿੱਸਾ ਪਹਾੜੀ ਤੇ ਰੇਗਿਸਤਾਨਾਂ ਨਾਲ ਘਿਰਿਆ ਹੋਣ ਕਾਰਨ ਦੇਸ਼ ਦਾ ਸਿਰਫ 15% ਜਿਹੜਾ ਹੈ ਖੇਤੀ ਯੋਗ ਸੀ, ਜਿਸ ਤੋਂ ਪੈਦਾ ਹੋਣ ਵਾਲੀ ਖੁਰਾਕ ਦੇਸ਼ ਵਾਸੀਆਂ ਲਈ ਕਾਫੀ ਨਹੀਂ ਸੀ। ਸਿੱਟੇ ਵਜੋਂ ਚੀਨ ਦੀ ਵੱਧਦੀ ਆਬਾਦੀ ਤੇ ਖੁਰਾਕ ਦੀ ਸਮੱਸਿਆ ਵੀ ਉਹਨਾਂ ਦੀ ਰੈਵੋਲਿਊਸ਼ਨ ਦਾ ਕਾਰਨ ਬਣਿਆ। ਹੁਣ ਦੇਖੋ, 1885 ਦੇ ਵਿੱਚ ਤਕਰੀਬਨ 377 ਮਿਲੀਅਨ ਪਾਪੂਲੇਸ਼ਨ ਸੀ, ਜੋ ਕਿ 1911 ਦੇ ਵਿੱਚ 430 ਮਿਲੀਅਨ ਹੋ ਗਈ ਸੀ, ਰਾਈਟ। ਚੀਨ ਵਿੱਚ ਬਾਹਰ ਜਾਣ ਵਾਲੇ ਪ੍ਰਵਾਸੀ ਦੀ ਗਿਣਤੀ ਬਹੁਤ ਘੱਟ ਸੀ। ਦੇਸ਼ ਦੀ ਆਬਾਦੀ ਇੱਕ ਵੱਡਾ ਹਿੱਸਾ ਗਰੀਬ ਅਤੇ ਭੁੱਖ ਦਾ ਸ਼ਿਕਾਰ ਸੀ। ਔਰ ਦੇਖੋ ਬੱਚੇ, ਇਹਨਾਂ ਹਾਲਾਤਾਂ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਕੁਝ ਵੀ ਨਹੀਂ ਕਰ ਰਹੀ ਸੀ। 1910-1911 ਵਿੱਚ ਦੇਸ਼ ਵਿੱਚ ਪਏ ਅਕਾਲ ਅਤੇ ਸੋਕੇ ਨੇ ਲਗਭਗ 30 ਲੱਖ ਲੋਕਾਂ ਦੀ ਜਾਨ ਲੈ ਲਈ ਔਰ ਇਸ ਸਮੇਂ ਦੇ ਜਿਹੜਾ ਹੈ ਰੈਵੋਲਿਊਸ਼ਨ ਤੋਂ ਇਲਾਵਾ ਉਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਸੀ, ਕਿਉਂਕਿ ਵੱਧਦੀ ਆਬਾਦੀ ਜਿਹੜੀ ਇੱਕ ਫੂਡ ਦੀ ਸਮੱਸਿਆ ਹੈ ਉਹ ਇੱਕ ਰੈਵੋਲਿਊਸ਼ਨ ਦਾ ਕਾਰਨ ਬਣ ਗਈ। ਹਾਂਜੀ, ਅਗਲਾ ਹੈ ਬੱਚੇ ਆਪਣਾ ਇਕਨੋਮਿਕ ਡਿਸਕੰਟੈਂਟ ਐਂਡ ਹੈਵੀ ਟੈਕਸਿਸ। ਨਾਓ, ਚੀਨ ਸਰਕਾਰ ਦੀ ਭੈੜੀ ਆਰਥਿਕ ਦਸ਼ਾ ਅਤੇ ਲੋਕਾਂ ਉੱਤੇ ਲਗਾਈ ਗਈ ਭਾਰੀ ਕਰ ਦੀ ਕ੍ਰਾਂਤੀ ਦੇ ਕਈ ਘੱਟ ਮਹੱਤਵਪੂਰਨ ਕਾਰਨ ਨਹੀਂ ਸਨ। ਦੇਖੋ, 1900 ਈਸਵੀ ਪਿੱਛੋਂ ਚੀਨ ਦੀ ਆਰਥਿਕ ਅਵਸਥਾ ਲਗਾਤਾਰ ਵਿਗੜ ਰਹੀ ਸੀ। ਚੀਨ ਦੀ ਸਰਕਾਰ ਨੇ ਸੈਨਾ ਦਾ ਪੁਨਰਗਠਨ ਕੀਤਾ, ਰੇਲਾਂ ਦਾ ਨਿਰਮਾਣ ਕੀਤਾ, ਨਵੀਂ ਸਿੱਖਿਆ ਨੀਤੀ ਲਾਗੂ ਕੀਤੀ ਔਰ ਇਸ ਸਭ ਰਿਫਾਰਮਸ ਦੇ ਵਿੱਚ ਬਹੁਤ ਜ਼ਿਆਦਾ ਧਨ ਜਿਹੜਾ ਹੈ ਉਹ ਖਰਚ ਹੋ ਰਿਹਾ ਸੀ। ਸਰਕਾਰ ਨੂੰ ਹਾਰ ਜਾਪਾਨ ਦੇ ਨਾਲ 1894-95 ਪਿੱਛੋਂ ਜਾਪਾਨ ਨੂੰ ਅਤੇ ਬਕਸਰ ਵਿਦਰੋਹ ਦੇ ਦਮਨ ਪਿੱਛੋਂ ਵਿਦੇਸ਼ੀ ਸ਼ਕਤੀਆਂ ਨੂੰ ਜਿੰਨਾ ਵੀ ਪੈਸਾ, ਵਾਰ ਇੰਡੈਮਨਿਟੀ, ਹਰਜਾਨੇ ਵਜੋਂ ਭਾਰੀ ਰਕਮ ਦੇਣੀ ਪਈ, ਜਿਸ ਕਰਕੇ ਇੱਕ ਆਰਥਿਕ ਸੰਕਟ ਦਾ ਮਾਹੌਲ ਜਿਹੜਾ ਹੈ ਚੀਨ ਦੇ ਵਿੱਚ ਪੈਦਾ ਹੋ ਗਿਆ ਸੀ। ਅਗਲਾ ਬੱਚੇ, ਇਨਫਲੂਐਂਸ ਆਫ ਦੀ ਇਮੀਗ੍ਰੈਂਟਸ। ਹੁਣ ਕਿਉਂਕਿ ਬੱਚੇ ਆਪਾਂ ਦੇਖਦੇ ਹਾਂ ਕਿ ਪੋਪੂਲੇਸ਼ਨ ਜ਼ਿਆਦਾ ਹੈ, ਫੂਡ ਦੀ ਪ੍ਰੋਬਲਮ ਹੈ, ਅਨਐਮਪਲੋਇਮੈਂਟ ਦੀ ਪ੍ਰੋਬਲਮ ਹੈ, ਸੋ ਰੋਜ਼ਗਾਰ ਦੀ ਤਲਾਸ਼ ਵਿੱਚ ਬਹੁਤ ਸਾਰੇ ਚੀਨੀ ਵਿਦੇਸ਼ਾਂ ਵਿੱਚ ਜਾ ਕੇ ਵਸਣ ਲੱਗੇ। 1830 ਤੋਂ 1911 ਈਸਵੀ ਦੌਰਾਨ ਲਗਭਗ 3 ਲੱਖ ਚੀਨੀ ਲੋਕ ਅਮਰੀਕਾ ਵਿੱਚ ਜਾ ਕੇ ਵਸ ਗਏ। ਹੁਣ ਕਈ ਸਾਲ ਤਾਂ ਬੱਚੇ ਉਹਨੇ ਅਮਰੀਕਾ ਦੇ ਵਿੱਚ ਕੰਮ ਕੀਤਾ, ਬਟ ਅਮਰੀਕਾ ਦੇ ਲੋਕ ਜਿਹੜੇ ਨੇ ਉਹ ਵੀ ਚਾਈਨੀਜ਼ ਨੂੰ ਬਹੁਤ ਪਸੰਦ ਨਹੀਂ ਕਰਦੇ ਸੀ ਔਰ ਉਹਨਾਂ ਦੇ ਕਹਿਣ 'ਤੇ ਅਮਰੀਕਨ ਸਰਕਾਰ ਜਿਹੜੀ ਹੈ ਉਹਨਾਂ ਨੇ ਚਾਈਨਾ ਦੇ ਲੋਕਾਂ ਦੇ ਅਮਰੀਕਾ ਵਿੱਚ ਆਉਣ ਦੇ ਵਿੱਚ ਬਹੁਤ ਸਾਰੀ ਪਾਬੰਦੀਆਂ ਲਾ ਦਿੱਤੀਆਂ। ਇਸ ਕਰਕੇ ਚੀਨ ਵਾਸੀ ਕੈਨੇਡਾ, ਫਿਲੀਪੀਨ, ਮਲਿਆ, ਸਿੰਗਾਪੁਰ ਆਦਿ ਦੇਸ਼ਾਂ ਵਿੱਚ ਉਹਨਾਂ ਨੇ ਜਾਣਾ ਸ਼ੁਰੂ ਕਰ ਦਿੱਤਾ। 1911 ਈਸਵੀ ਤੱਕ ਸਿਰਫ ਮਲਿਆ ਅਤੇ ਸਿੰਗਾਪੁਰ ਵਿੱਚ ਰਹਿਣ ਵਾਲੇ ਚੀਨੀਆਂ ਦੀ ਸੰਖਿਆ ਲਗਭਗ 13 ਲੱਖ ਹੋ ਗਈ ਸੀ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਚੀਨੀ ਲੋਕਾਂ ਦੀ ਗਿਣਤੀ ਤਕਰੀਬਨ 25 ਲੱਖ ਤੱਕ ਪਹੁੰਚ ਗਈ ਸੀ। ਹੁਣ ਇਹ ਲੋਕ ਜਿਹੜੇ ਵਿਦੇਸ਼ਾਂ ਵਿੱਚ ਰਹਿ ਰਹੇ ਸਨ, ਇਹਨਾਂ ਦਾ ਕੀ ਯੋਗਦਾਨ ਸੀ? ਦੇਖੋ, ਇੱਕ ਤਾਂ ਬੱਚੇ ਸਭ ਤੋਂ ਇੰਪੋਰਟੈਂਟ ਗੱਲ ਕਿ ਉੱਥੋਂ ਰਹਿ ਕੇ ਉਹਨਾਂ ਦੇ ਕਲਚਰ ਨੂੰ, ਕੁਝ ਗੱਲਾਂ ਨੂੰ ਉਹ ਸਮਝ
ਪਾ ਰਹੇ ਸੀ ਔਰ ਉਹ ਚਾਹੁੰਦੇ ਸੀ ਕਿ ਇਹ ਜਿਹਾ ਮਾਹੌਲ ਜਿਹੜਾ ਹੈ ਉਹਨਾਂ ਦੇ ਆਪਣੇ ਦੇਸ਼ ਵਿੱਚ ਵੀ ਹੋਵੇ। ਦੂਜੇ, ਜਦੋਂ ਇਹ ਲੋਕਾਂ ਨੇ ਉੱਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਬੜਾ ਸਾਰਾ ਧਨ ਇਕੱਠਾ ਕਰ ਦਿੱਤਾ, ਤੇ ਇੱਥੋਂ ਦੇ ਜਿਹੜੇ ਰੈਵੋਲੂਸ਼ਨਰੀ ਸੰਗਠਨ ਹੈ ਉਹਨਾਂ ਨੂੰ ਉਹਨਾਂ ਨੇ ਧਨ ਦੇਣਾ ਸ਼ੁਰੂ ਕਰ ਦਿੱਤਾ। ਠੀਕ ਹੈ, ਸੋ ਇੱਕ ਤਰੀਕੇ ਨਾਲ ਬੱਚੇ ਦ ਰੈਵੋਲੂਸ਼ਨਰੀ ਜਿਹੜੀਆਂ ਸੰਸਥਾਵਾਂ ਚੀਨ ਵਿੱਚ ਬਣ ਗਈਆਂ ਸੀ, ਉਹਨਾਂ ਸਭ ਦਾ ਪੈਸਾ ਜਿਹੜਾ ਨੇ ਇਹ ਸਾਰੇ ਇਮੀਗ੍ਰੈਂਟਸ ਭੇਜ ਰਹੇ ਸੀ। ਅਗਲਾ ਬੱਚੇ ਸਪਰੈਡ ਆਫ ਐਜੂਕੇਸ਼ਨ, ਰਾਈਟ। ਸਿੱਖਿਆ ਦਾ ਪ੍ਰਸਾਰ ਚੀਨੀਆਂ ਦੇ ਵਿਚਾਰਾਂ ਵਿੱਚ ਪਰਿਵਰਤਨ ਲਿਆਉਣ ਵਾਲਾ ਇੱਕ ਬਹੁਤ ਹੀ ਇੰਪੋਰਟੈਂਟ ਕਾਰਨ ਸੀ। ਨਾਓ ਬਹੁਤ ਸਾਲਾਂ ਤੋਂ ਚੀਨ ਦੇ ਵਿੱਚ ਪੁਰਾਤਨ ਸਿੱਖਿਆ ਪ੍ਰਣਾਲੀ ਪ੍ਰਚਲਿਤ ਸੀ। ਇਸ ਪ੍ਰਣਾਲੀ ਅਨੁਸਾਰ ਵਿਦਿਆਰਥੀਆਂ ਲਈ ਪ੍ਰਸ਼ਾਸਨ ਵਿੱਚ ਉੱਚ ਪਦਵੀਆਂ ਕੰਪੀਟੀਟਿਵ ਐਗਜ਼ਾਮੀਨੇਸ਼ਨ ਦੇ ਵਿੱਚ ਜਾਣ ਦੇ ਲਈ ਉਹਨਾਂ ਨੂੰ ਸਿਰਫ ਚੀਨੀ ਸਾਹਿਤਿਆ, ਸਭਿਅਤਾ ਤੇ ਸੰਸਕ੍ਰਿਤੀ ਸੰਬੰਧੀ ਗਿਆਨ ਪ੍ਰਾਪਤ ਕਰ ਲੈਣਾ ਹੀ ਇਨਫ ਮੰਨਿਆ ਜਾਂਦਾ ਸੀ। ਲੇਕਿਨ 1905 ਈਸਵੀ ਵਿੱਚ ਨਵੀਂ ਸਿੱਖਿਆ ਪ੍ਰਣਾਲੀ ਲਾਗੂ ਕਰ ਦਿੱਤੀ ਗਈ, ਜਿਸ ਅਨੁਸਾਰ ਸਰਕਾਰੀ ਨੌਕਰੀਆਂ ਵਿੱਚ ਦਿੱਤੇ ਜਾਣ ਵਾਲੇ ਇਮਤਿਹਾਨਾਂ ਵਿੱਚ ਹੁਣ ਵੈਸਟਰਨ ਐਜੂਕੇਸ਼ਨ ਜਾਂ ਪੱਛਮੀ ਸਿੱਖਿਆ ਹਾਸਲ ਕਰਨੀ ਜ਼ਰੂਰੀ ਹੋ ਗਈ ਸੀ। ਸਿੱਟੇ ਵਜੋਂ ਚੀਨ ਦੇ ਬਹੁਤ ਸਾਰੇ ਹੋਣਹਾਰ ਵਿਦਿਆਰਥੀ ਜੋ ਪੱਛਮੀ ਦੇਸ਼ਾਂ ਵਿੱਚ ਜਾ ਕੇ ਪੜ੍ਹਨ ਦਾ ਖਰਚ ਨਾ ਝੱਲ ਸਕੇ, ਉਹਨਾਂ ਨੇ ਨੇੜੇ ਦਾ ਜਿਹੜਾ ਇਲਾਕਾ ਹੈ, ਨੇੜੇ ਦਾ ਜਿਹੜਾ ਦੇਸ਼ ਹੈ ਜਾਪਾਨ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਜਾਪਾਨ ਵਿੱਚ ਚੀਨੀ ਵਿਦਿਆਰਥੀਆਂ ਦੀ ਗਿਣਤੀ ਵਧਣ ਲੱਗ ਗਈ। ਵਿਦੇਸ਼ਾਂ ਵਿੱਚ ਗਏ ਇਹ ਚੀਨੀ ਵਿਦਿਆਰਥੀ ਕ੍ਰਾਂਤੀਕਾਰੀ ਨੇਤਾਵਾਂ ਦੇ ਸੰਪਰਕ ਵਿੱਚ ਵੀ ਆਏ। ਵਿਦੇਸ਼ਾਂ ਤੋਂ ਉਚੇਰੀ ਸਿੱਖਿਆ ਪ੍ਰਾਪਤ ਕਰਨ ਪਿੱਛੋਂ ਉੱਚੀਆਂ ਪ੍ਰਸ਼ਾਸਨਿਕ ਪਦਵੀਆਂ ਪ੍ਰਾਪਤ ਕਰਨ ਦੇ ਉਦੇਸ਼ ਨਾਲ ਜਦੋਂ ਇਹ ਵਾਪਸ ਚੀਨ ਦੇ ਵਿੱਚ ਆਏ ਔਰ ਜਦੋਂ ਉਹਨਾਂ ਦੀ ਇਹ ਗੱਲ ਪੂਰੀ ਨਹੀਂ ਹੋ ਸਕੀ ਤੇ ਉਹਨਾਂ ਦੇ ਵਿੱਚ ਬਹੁਤ ਸਾਰੀ ਜਿਹੜੀ ਹੈ ਅਸ਼ਾਂਤੀ ਪੈਦਾ ਹੋ ਗਈ ਔਰ ਬਹੁਤ ਸਾਰੀ ਜਿਹੜੀ ਹੈ ਦੇ ਫੈਲਟ ਕਿ ਸਾਡੇ ਆਪਣੇ ਜਿਹੜੇ ਰੂਲਰਸ ਨੇ ਦੇ ਆਰ ਇਨਐਫੀਸ਼ੀਐਂਟ। ਸੋ ਇੱਕ ਤਰੀਕੇ ਨਾਲ ਰੈਵੋਲੂਸ਼ਨ ਦਾ ਜਿਹੜਾ ਗਰਾਊਂਡ ਹੈ ਦੈਟ ਵਾਜ਼ ਪ੍ਰੀਪੇਅਰਡ। ਅਗਲਾ ਬੱਚੇ ਸਪਰੈਡ ਆਫ ਕ੍ਰਿਸਚੈਨਿਟੀ। ਦੇਖੋ ਚਾਈਨਾ ਦੇ ਵਿੱਚ ਫੋਰਨਰਸ ਹੈਡ ਕਮ, ਰਾਈਟ। ਬਹੁਤ ਸਾਰੇ ਆਰਥਿਕ ਜਿਹੜੇ ਨੇ ਮੋਨੋਪਲੀਜ਼ ਦੇ ਵਰ ਇੰਜੋਇੰਗ। ਸੋ ਉਹਨਾਂ ਦੇ ਨਾਲ ਨਾਲ ਜਿਹੜਾ ਹੈ ਇੱਥੇ ਕ੍ਰਿਸਚੈਨਿਟੀ ਦਾ ਸਪਰੈਡ ਜਿਹੜਾ ਹੈ ਦੈਟ ਵਾਜ਼ ਆਲਸੋ ਹੈਪਨਿੰਗ। 19ਵੀਂ ਸਦੀ ਦੇ ਅੰਤਲੇ ਸਾਲਾਂ ਵਿੱਚ ਈਸਾਈ ਧਰਮ ਦੇ ਪ੍ਰਚਾਰਕਾਂ ਨੇ ਚੀਨ ਵਿੱਚ ਜ਼ੋਰ ਸ਼ੋਰ ਨਾਲ ਈਸਾਈ ਧਰਮ ਦਾ ਪ੍ਰਚਾਰ ਆਰੰਭ ਕਰ ਦਿੱਤਾ ਅਤੇ ਉਹ ਇੱਕ ਵੱਡੀ ਗਿਣਤੀ ਵਿੱਚ ਚੀਨੀਆਂ ਨੂੰ ਈਸਾਈ ਬਣਾਉਣ ਵਿੱਚ ਸਫਲ ਹੋ ਗਏ। ਚੀਨ ਦੇ ਵਾਸੀ ਇਹ ਨਵੇਂ ਬਣੇ ਈਸਾਈਆਂ ਨੂੰ ਨਫ਼ਰਤ ਦੀ ਨਜ਼ਰ ਨਾਲ ਵੇਖਦੇ ਸਨ ਅਤੇ ਉਹਨਾਂ ਨਾਲ ਕੋਈ ਵੀ ਸੰਬੰਧ ਰੱਖਣਾ ਜਿਹੜਾ ਹੈ ਪਸੰਦ ਨਹੀਂ ਕਰਦੇ ਸੀ। ਦੂਜੇ ਪਾਸੇ ਬੱਚੇ ਇਹ ਜਿਹੜੇ ਨਵੇਂ ਕਨਵਰਟਸ ਸੀ ਦੇ ਵਰ ਟਰਾਈਂਗ ਟੂ ਮੈਰੀ ਦ ਚਾਈਨੀਜ਼ ਵੂਮਨ ਹੀਅਰ। ਸੋ ਇਹ ਸਭ ਗੱਲਾਂ ਜਿਹੜੇ ਨੇ ਉੱਥੋਂ ਦੇ ਲੋਕਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਆ ਰਹੇ ਸਨ। ਇਸ ਤੋਂ ਇਲਾਵਾ ਇਹ ਵਿਦੇਸ਼ੀ ਪ੍ਰਚਾਰਕ ਹਰ ਉਸ ਚੀਜ਼ ਦਾ ਵਿਰੋਧ ਕਰਦੇ ਸਨ ਜੋ ਚੀਨ ਦੇ ਲੋਕਾਂ ਨੂੰ ਪਿਆਰੀ ਹੁੰਦੀ ਸੀ। ਵਿਦੇਸ਼ੀਆਂ ਦੇ ਇਸ ਵੱਧ ਰਹੇ ਪ੍ਰਭਾਵ ਤੇ ਕਮਜ਼ੋਰ ਚੀਨੀ ਸ਼ਾਸਕ ਵੀ ਤੰਗ ਸਨ ਅਤੇ ਮਾਂਚੂ ਵੰਸ਼ ਦੇ ਸ਼ਾਸਕਾਂ ਨੇ ਲੋਕਾਂ ਵਿੱਚ ਇਹ ਪ੍ਰਚਾਰ ਕਰਨਾ ਆਰੰਭ ਕਰ ਦਿੱਤਾ ਕਿ ਉਹਨਾਂ ਸਾਰੀਆਂ ਸਮੱਸਿਆਵਾਂ ਦਾ ਕਾਰਨ ਵਿਦੇਸ਼ੀ ਲੋਕ ਹੀ ਹਨ। ਸਿੱਟੇ ਵਜੋਂ ਚੀਨ ਦੇ ਲੋਕ ਵਿਦੇਸ਼ੀ ਪ੍ਰਚਾਰਕਾਂ ਅਤੇ ਇਹਨਾਂ ਨੂੰ ਦੇਸ਼ ਚੋਂ ਬਾਹਰ ਕੱਢਣ ਵਿੱਚ ਅਸਮਰੱਥ ਮਾਂਚੂ ਸਰਕਾਰ ਦੇ ਵਿਰੋਧੀ ਹੋ ਗਏ। ਕਿਉਂਕਿ ਬੱਚੇ ਮਾਂਚੂ ਡਾਇਨੈਸਟੀ ਤੇ ਰੂਲਰਸ ਤਾਂ ਇਹ ਕਹਿ ਰਹੇ ਸੀ ਕਿ ਸਾਰਾ ਜਿਹੜਾ ਬਲੇਮ ਹੈ ਅਸੀਂ ਫੋਰਨਰਸ ਤੇ ਪਾ ਦਈਏ, ਲੇਕਿਨ ਲੋਕ ਮਾਂਚੂ ਡਾਇਨੈਸਟੀ ਦੇ ਰੂਲਰਸ ਦੇ ਅਗੇਂਸਟ ਹੋ ਗਏ ਕਿਉਂਕਿ ਫੋਰਨਰਸ ਨੂੰ ਕੱਢਣ ਦਾ ਕੰਮ ਵੀ ਇਹ ਰੂਲਰਸ ਨਹੀਂ ਕਰ ਪਾ ਰਹੇ ਸੀ। ਪ੍ਰੈਸ ਦਾ ਕੰਮ ਜਿਹੜਾ ਹੈ ਬੱਚੇ, ਚਾਹੇ ਆਪਾਂ ਆਪਣੇ ਇੰਡੀਅਨ ਫਰੀडम ਸਟਰਗਲ ਦੀ ਗੱਲ ਕਰੀਏ, ਚਾਹੇ ਆਪਾਂ ਚਾਈਨਾ ਦੀ ਗੱਲ ਕਰੀਏ, press always plays an important role, right? So 1870 ਵਿੱਚ ਸਭ ਤੋਂ ਪਹਿਲਾਂ ਚੀਨ ਭਾਸ਼ਾ ਵਿੱਚ ਪਹਿਲਾ ਅਖਬਾਰ ਆਰੰਭ ਹੋਇਆ। ਚੀਨ ਜਾਪਾਨ ਯੁੱਧ 1894-95 ਪਿੱਛੋਂ ਕੁਝ ਹੋਰ ਅਖਬਾਰ ਚੀਨ ਵਿੱਚ ਛਪਣ ਲੱਗੇ ਜਿਨ੍ਹਾਂ ਦੁਆਰਾ ਉਦਾਰ ਅਤੇ ਕ੍ਰਾਂਤੀਕਾਰੀ ਵਿਚਾਰਾਂ ਦਾ ਪ੍ਰਚਾਰ ਵੀ ਕੀਤਾ ਗਿਆ। ਇਹਨਾਂ ਅਖਬਾਰਾਂ ਦੇ ਪੱਤਰਕਾਰਾਂ ਨੇ ਮਾਂਚੂ ਸਰਕਾਰ ਵਿਰੁੱਧ ਚੀਨੀ ਲੋਕਾਂ ਨੂੰ ਭੜਕਾਉਣ ਵਿੱਚ ਬੜਾ ਇੰਪੋਰਟੈਂਟ ਯੋਗਦਾਨ ਜਿਹੜਾ ਹੈ ਉਹ ਕੀਤਾ। ਪਰ ਸਭ ਤੋਂ ਇੰਪੋਰਟੈਂਟ ਰੋਲ ਜਿਹੜਾ ਹੈ ਬੱਚੇ ਉਸ ਨੂੰ ਪਲੇ ਕੀਤਾ ਡਾਕਟਰ ਸਨ ਯਾਤ ਸਨ ਨੇ, ਰਾਈਟ। ਉਹਨਾਂ ਦਾ ਜਨਮ ਜਿਹੜਾ ਹੈ ਕੁਆਂਗਤੁੰਗ 1866 ਵਿੱਚ ਹੋਇਆ ਔਰ ਹੋਨੋਲੂ ਦੇ ਵਿੱਚ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਦੇ ਬਾਅਦ ਦੇ ਵਿੱਚ ਹਾਂਗਕਾਂਗ ਦੇ ਵਿੱਚ ਮੈਡੀਕਲ ਕਾਲਜ ਦੇ ਵਿੱਚ ਦਾਖਲਾ ਲਿਆ। ਜਦੋਂ ਬੱਚੇ ਬੇਸਿਕਲੀ ਸਨ ਯਾਤ ਸਨ ਦੇ ਲਈ ਬੜਾ
ਇਹ ਮਤਲਬ ਅਫਸੋਸ ਦੀ ਗੱਲ ਸੀ ਕਿ ਜਦੋਂ ਚਾਈਨਾ ਇੰਨਾ ਛੋਟਾ ਜਿਹਾ ਜਾਪਾਨ ਵਰਗੇ ਕੰਟਰੀ 'ਚੋਂ ਹਾਰ ਗਿਆ, ਉਸ ਤੋਂ ਬਾਅਦ ਉਹਨਾਂ ਨੇ ਮਾਂਚੂ ਡਾਇਨੈਸਟੀ ਨੂੰ ਬੜੇ ਸਾਰੇ ਰਿਫੋਰਮਸ ਕਰਨ ਦੀ ਗੱਲ ਕੀਤੀ। ਜਦੋਂ ਉਹਨਾਂ ਦੇ ਕੋਈ ਵੀ ਰਿਫੋਰਮਸ ਦੇ ਮਾਂਚੂ ਡਾਇਨੈਸਟੀ ਦੇ ਰੂਲਰਸ ਕੁਝ ਵੀ ਨਹੀਂ ਕਰ ਰਹੇ ਸੀ, ਸੋ ਉਹਨਾਂ ਨੇ ਪਹਿਲੀ ਜਿਹੜੀ ਰੈਵੋਲਿਊਸ਼ਨ ਹੈ ਉਹ ਕੈਂਟਨ ਦੇ ਵਿੱਚ ਪਹਿਲਾ ਵਿਦਰੋਹ ਕੀਤਾ, ਰਾਈਟ, ਜਿਸ ਨੂੰ ਸਰਕਾਰ ਨੇ ਦਬਾ ਦਿੱਤਾ। ਇਸ ਪਿੱਛੋਂ ਡਾਕਟਰ ਸਨ ਯਾਤ ਸਨ ਇੰਗਲੈਂਡ ਚਲੇ ਗਏ ਔਰ ਵਿਦੇਸ਼ਾਂ ਵਿੱਚ ਰਹਿ ਕੇ ਆਪਣੀ ਕ੍ਰਾਂਤੀਕਾਰੀ ਸੰਗਠਨ, ਉਹਨਾਂ ਦੇ ਸੰਗਠਨ ਦਾ ਨਾਮ ਸੀ ਰਿਵਾਈਵ ਚਾਈਨਾ ਸੁਸਾਇਟੀ, ਜਿਸ ਦੀ ਸਥਾਪਨਾ ਉਹਨਾਂ ਨੇ 1894 ਵਿੱਚ ਕੀਤੀ, ਰਾਹੀਂ ਚੀਨ ਵਾਸੀਆਂ ਨੂੰ ਮਾਂਚੂ ਵੰਸ਼ ਦੇ ਨਿਰਕੁੰਜ ਸ਼ਾਸਕਾਂ ਦੀ ਗੁਲਾਮੀ ਤੋਂ ਆਜ਼ਾਦੀ ਕਰਨ ਲਈ ਜ਼ੋਰ ਸ਼ੋਰ ਨਾਲ ਪ੍ਰਚਾਰਿਤ ਕੀਤਾ। 1905 ਦੇ ਵਿੱਚ ਬੱਚੇ ਉਹਨਾਂ ਨੇ ਇੱਕ ਹੋਰ ਸੰਗਠਨ ਕੀਤਾ, ਐਂਡ ਦਿਸ ਵਾਜ਼ ਵਿਦ ਦੀ ਸਪੋਰਟ ਆਫ ਦੀ ਸਟੂਡੈਂਟਸ ਤੁੰਗ ਮਿੰਗ ਹੁਈ ਔਰ ਦ ਲੀਗ ਆਫ ਕਾਮਨ ਅਲਾਇੰਸ, ਰਾਈਟ। ਇਸ ਸੰਸਥਾ ਦਾ ਮੁੱਖ ਉਦੇਸ਼ ਸੀਗਾ ਕਿ ਮਾਂਚੂ ਸ਼ਾਸਕਾਂ ਨੂੰ ਦੇਸ਼ 'ਚੋਂ ਬਾਹਰ ਕੱਢਣਾ ਅਤੇ ਦੇਸ਼ ਦੇ ਵਿੱਚ ਰਿਪਬਲਿਕ ਜਾਂ ਡੈਮੋਕ੍ਰੇਸੀ ਨੂੰ ਕਾਇਮ ਕਰਨਾ। ਵੱਖ-ਵੱਖ ਯੂਰਪੀ ਦੇਸ਼ਾਂ ਦੀ ਯਾਤਰਾ ਕਰਕੇ ਡਾਕਟਰ ਸਨ ਨੇ ਚੀਨੀ ਵਿਦਿਆਰਥੀਆਂ ਨੂੰ ਇਸ ਸੰਗਠਨ ਦੇ ਮੈਂਬਰ ਬਣਾਇਆ। ਇਸ ਸੰਗਠਨ ਦੀਆਂ ਗਤੀਵਿਧੀਆਂ ਦਾ ਮੁੱਖ ਕੇਂਦਰ ਜਿਹੜਾ ਹੈ ਜਾਪਾਨ ਸੀ। ਪ੍ਰਸਿੱਧ ਇਤਿਹਾਸਕਾਰ ਜਿਹੜਾ ਨੇ ਇਸ ਬਾਰੇ ਨੇ ਲਿਖਦੇ ਨੇ ਕਿ ਇਸ ਸੰਗਠਨ ਨੇ 1906 ਦੇ ਵਿੱਚ 7-10 ਦੇ ਵਿਦਰੋਹਾਂ ਦੀ ਜ਼ਿੰਮੇਦਾਰੀ ਕੀਤੀ ਔਰ 1911 ਦੀ ਜਿਹੜੀ ਕ੍ਰਾਂਤੀ ਹੈ ਉਸ ਦੇ ਵਿੱਚ ਵੀ ਇਸ ਅਲਾਇੰਸ ਨੇ ਟੁੰਗ ਮੁੰਗ ਮਿੰਗ ਹੁਈ played a very important role। ਇਸ ਤੋਂ ਇਲਾਵਾ ਬੱਚੇ ਦੇਖੋ, ਦਿਸ ਵਾਜ਼ ਨਾਟ ਦੀ ਓਨਲੀ ਗਰੁੱਪ, ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਵੀ ਰੈਵੋਲੂਸ਼ਨਰੀ ਗਰੁੱਪ ਸੀ। ਦੇ ਵਰ ਟਰਾਈਂਗ ਟੂ ਬ੍ਰਿੰਗ ਅਬਾਊਟ ਦ ਰੈਵੋਲੂਸ਼ਨ ਇਨ ਚਾਈਨਾ। ਜਿਵੇਂ ਕਿ ਬੱਚੇ ਤੁਹਾਡੇ ਕੁਝ ਰਿਫਾਰਮਰਸ ਨੇ ਕੁਆਂਗ ਹੂ ਵਈ ਜਾਂ ਲਿਆਂਗ ਚੀ ਚਾਓ, ਸੋ ਇਹਨਾਂ ਨੇ ਵੀ ਜਿਹੜਾ ਹੈ ਬੜੀ ਕੋਸ਼ਿਸ਼ ਕੀਤੀ ਕਿ ਚਾਈਨਾ ਦੇ ਵਿੱਚ ਰਿਪਬਲਿਕ ਔਰ ਡੈਮੋਕ੍ਰੇਸੀ ਦੀ ਗੱਲ ਜਿਹੜੀ ਹੈ ਕੀਤੀ ਜਾਵੇ। ਹੁਣ ਇਸ ਤਰੀਕੇ ਦਾ ਮਾਹੌਲ ਬੱਚੇ ਚਾਈਨਾ ਦੇ ਵਿੱਚ ਬਣ ਗਿਆ ਸੀ ਕਿ ਨਾ ਤਾਂ ਉੱਥੇ ਕਿਸਾਨ ਖੁਸ਼ ਸੀ, ਹੈ ਨਾ। ਜਦੋਂ ਆਪਾਂ ਸਮਾਜ ਦੇ ਵੱਖ-ਵੱਖ ਵਰਗਾਂ ਦੀ ਅਸੰਤੁਸ਼ਟਤਾ ਦੀ ਗੱਲ ਕਰਦੇ ਹਾਂ ਤਾਂ ਨਾ ਤਾਂ ਦੇਖੋ ਐਜੂਕੇਟਿਡ ਲੋਕ ਜਿਹੜੇ ਬਾਹਰ ਪੜ੍ਹ ਕੇ ਆ ਰਹੇ ਸੀ, ਦੇਵਰ ਨੋ ਜੌਬਸ ਫॉर them, ਰਾਈਟ। ਦੂਜੇ ਪਾਸੇ ਬੱਚੇ ਉੱਥੋਂ ਦੇ ਕਿਸਾਨ ਜਿਹੜੇ ਨੇ ਉਹ ਅਸੰਤੁਸ਼ਟ ਸਨ, ਰਾਈਟ। ਇਕਨੋਮਿਕਲੀ ਆਲਸੋ ਜਿਹੜਾ ਹੈ ਚਾਈਨਾ ਦੇ ਵਿੱਚ ਇੰਡਸਟਰੀਅਲ ਰੈਵੋਲੂਸ਼ਨ ਨਹੀਂ ਆਈ ਸੀ। ਸੋ ਐਵਰੀ ਪਰਸਨ ਇਨ ਦੀ ਸੁਸਾਇਟੀ ਜਿਹੜਾ ਹੈ ਉਹ ਚਾਈਨਾ ਦੇ ਰੂਲਰਸ ਤੋਂ, ਮਾਂਚੂ ਡਾਇਨੈਸਟੀ ਦੇ ਰੂਲਰਸ ਤੋਂ ਬਿਲਕੁਲ ਖੁਸ਼ ਨਹੀਂ ਸਨ। ਔਰ ਦੇਖੋ ਚਾਈਨਾ ਨੇ ਬਹੁਤ ਸਾਰੇ ਯੁੱਧਾਂ ਦੇ ਵਿੱਚ ਉਹਨਾਂ ਨੂੰ ਹਾਰ ਆਈ ਸੀ। ਪਹਿਲਾਂ ਤਾਂ ਦੇਖੋ ਓਪੀਅਮ ਵਾਰਸ ਦੀ ਆਪਾਂ ਜੇ ਗੱਲ ਕਰੀਏ, ਫਰਾਂਸ ਦੇ ਨਾਲ ਉਹ ਹਾਰ ਗਿਆ ਸੀ, ਜਾਪਾਨ ਦੇ ਨਾਲ ਉਹ ਹਾਰ ਗਿਆ ਸੀ ਔਰ ਕਿੰਨੇ ਸਾਰੇ ਕੰਟਰੀਜ਼ ਜਿਹੜੇ ਨੇ ਦੇ ਹੈਡ ਐਕਚੁਅਲੀ divided China according to their own claims, right? So ਇਸ ਹਾਲਾਤ ਦੇ ਵਿੱਚ people just wanted ਕਿ ਮਾਂਚੂ ਡਾਇਨੈਸਟੀ ਦੇ ਰੂਲਰਸ ਨੂੰ ਕਿਸੇ ਤਰ੍ਹਾਂ ਇੱਥੋਂ ਕੱਢ ਕੇ ਤੇ ਡੈਮੋਕ੍ਰੇਸੀ ਤੇ ਰਿਪਬਲਿਕ ਜਿਹੜਾ ਹੈ ਉਸ ਨੂੰ ਸ਼ੁਰੂ ਕਰ ਦਿੱਤਾ ਗਿਆ। ਹੁਣ ਇਮੀਡੀਏਟ ਕਾਜ਼ ਦੀ ਦੇਖੋ, ਇਹਨੂੰ ਆਪਾਂ ਲੌਂਗ ਟਰਮ ਕਾਜ਼ਸ ਵੀ ਕਹਿ ਸਕਦੇ ਹਾਂ ਬਿਕੋਜ਼ ਦਿਸ ਕੰਟੀਨਿਊਡ, ਪਰ ਇਮੀਡੀਏਟ ਕਾਜ਼ ਬਿਲਕੁਲ ਤਤਕਾਲੀਨ ਕਾਰਨ ਆਪਾਂ ਇਹ ਕਹਾਂਗੇ ਕਿ ਰੇਲਵੇ ਕੰਸਟਰਕਸ਼ਨ ਜਿਹੜੀ ਹੈ ਉਹ ਸ਼ੁਰੂ ਹੋ ਗਈ ਸੀ। ਹੁਣ ਆਪਾਂ ਇੱਕ ਹੋਰ ਗੱਲ ਦੇਖਣੀ ਹੈ ਬੱਚੇ, ਚਾਈਨਾ ਦੇ ਵਿੱਚ ਜਿਵੇਂ ਆਪਣੇ ਪ੍ਰੋਵਿੰਸਸ ਹੁੰਦੇ ਨੇ, ਉਹਨਾਂ ਦੇ ਪ੍ਰੋਵਿੰਸਸ ਜਿਹੜੇ ਨੇ ਉਹਨਾਂ ਦੇ ਮੁਖੀਆ ਗਵਰਨਰ ਹੋਇਆ ਕਰਦੇ ਸਨ ਔਰ ਪ੍ਰੋਵਿੰਸਸ ਜਿਹੜੇ ਨੇ ਦੇ ਹੈਡ ਦੇਅਰ ਓਨ ਪਾਵਰ and because Manchu rulers were inefficient, so center ਜਿਹੜਾ ਹੈ that was not that powerful, so ਇਹ provinces ਜਿਹੜੇ ਨੇ they wanted to be the part of the development in China। so ਉਹਨਾਂ ਦਾ ਮੰਨਣਾ ਸੀ ਕਿ ਜਿੰਨੇ ਵੀ ਰੇਲ ਜਿਹੜੇ ਨੇ ਟਰੈਕਸ ਰੱਖੇ ਜਾ ਰਹੇ ਨੇ ਉਹਨਾਂ ਦੇ ਵਿੱਚ ਪ੍ਰਾਂਤਾਂ ਦੀ ਜਿਹੜੀ ਰੋਲ ਹੈ that should be very very important, ਰਾਈਟ। ਲੇਕਿਨ ਛੇਤੀ ਹੀ ਮਾਂਚੂ ਰੂਲਰਸ ਨੂੰ ਇੰਝ ਲੱਗਿਆ ਕਿ ਇੰਨਾ ਸਾਰਾ ਪੈਸਾ ਜਿਹੜਾ ਹੈ ਉਹ ਪ੍ਰੋਵਿੰਸਸ ਜੁਟਾ ਨਹੀਂ ਸਕਦੇ, ਸੋ ਉਹਨਾਂ ਨੇ ਬਾਹਰ ਦੀਆਂ ਜਿਹੜੀਆਂ ਵੈਸਟਰਨ ਕੰਪਨੀਜ਼ ਨੇ ਉਹਨਾਂ ਤੋਂ ਲੋਨ ਵੀ ਲਿਆ, 60 ਲੱਖ ਪਾਉਂਡ ਦਾ ਕਰਜ਼ਾ ਪ੍ਰਾਪਤ ਕੀਤਾ ਔਰ ਕਰਜ਼ਾ ਪ੍ਰਾਪਤ ਕਰਨ ਦਾ ਮਤਲਬ ਹੈ ਕਿ ਤੁਸੀਂ ਉਹਨਾਂ ਕੰਪਨੀਆਂ ਨੂੰ ਇਹ ਰੇਲਵੇ ਲਾਈਨਸ ਜਿਹੜੀਆਂ ਨੇ ਇਸਟੈਬਲਿਸ਼ ਕਰਨ ਦੀ ਪਰਮਿਸ਼ਨ ਦਿੰਦੇ ਹੋ। ਇੱਥੋਂ ਹੀ ਜਿਹੜੀ ਹੈ ਰੈਵੋਲਿਊਸ਼ਨ ਸ਼ੁਰੂ ਹੁੰਦੀ ਹੈ।
ਇੱਕ ਵਾਰ ਆਪਾਂ ਪੜ੍ਹ ਵੀ ਲੈਂਦੇ ਹਾਂ 1909 ਵਿੱਚ ਜਦੋਂ ਚੀਨ ਦੀ ਸਰਕਾਰ ਨੇ ਰੇਲ ਮਾਰਗਾਂ ਦੇ ਨਿਰਮਾਣ ਦੀ ਯੋਜਨਾ ਤਿਆਰ ਕੀਤੀ ਤਾਂ ਪ੍ਰਾਂਤਾਂ ਦੇ ਕੁਝ ਗਵਰਨਰਾਂ ਨੇ ਸੁਝਾਅ ਦਿੱਤੇ ਕਿ ਰੇਲ ਮਾਰਗ ਨਿਰਮਾਣ ਦਾ ਕੰਮ ਪ੍ਰਾਂਤਿਕ ਸਰਕਾਰਾਂ ਯਾਨੀ ਕਿ ਉਹਨਾਂ ਦੀ ਪ੍ਰੋਵਿੰਸਸ ਦੀ ਜਿਹੜੀਆਂ ਗਵਰਨਮੈਂਟਸ ਨੇ ਉਹਨਾਂ ਨੂੰ ਦੇ ਦਿੱਤਾ ਜਾਵੇ। ਸਿੱਟੇ ਵਜੋਂ ਹੈਂਕੋ ਕੈਂਟਨ ਲਾਈਨ ਅਤੇ ਹੈਂਕੋ ਚੁਆਨ ਨਾਮੀ 2 ਰੇਲ ਮਾਰਗਾਂ ਦਾ ਨਿਰਮਾਣ ਪ੍ਰਾਂਤਾਂ ਨੂੰ ਸੌਂਪ ਦਿੱਤਾ ਗਿਆ। ਲੇਕਿਨ ਛੇਤੀ ਉਹਨੂੰ ਲੱਗਿਆ ਕਿ ਇਹ ਲੋਕ ਜਿਹੜੇ ਨੇ ਇਹ ਤਾਂ ਦੇ ਕੈਨ ਨਾਟ ਕਲੈਕਟ ਦੀ ਰਿਕੁਆਇਰਡ ਮਨੀ, ਸੋ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹ ਸਾਰੇ ਜਿਹੜੇ ਪ੍ਰੋਜੈਕਟਸ ਦੇ ਦੇ ਸ਼ੁੱਡ ਬੀ ਨੈਸ਼ਨਲਾਈਜ਼ਡ, ਇਹ ਸਾਰੇ ਪ੍ਰੋਜੈਕਟ ਸੈਂਟਰ ਦੇ ਅੰਡਰ ਕੀਤੇ ਜਾਣ ਔਰ ਸੈਂਟਰ ਤਾਂ ਕਿ ਵੈਸਟਰਨ ਪਾਵਰਸ ਤੋਂ ਪੈਸੇ ਲੈ ਕੇ ਇਸ ਨੂੰ ਕੰਪਲੀਟ ਕਰ ਸਕਣ। ਨਾਓ ਇੱਥੋਂ ਹੀ ਬੱਚੇ ਇਹ ਜਿਹੜੀ ਰੈਵੋਲਿਊਸ਼ਨ ਹੈ ਉਹ ਸ਼ੁਰੂ ਕਰਦੀ ਹੈ। ਕ੍ਰਾਂਤੀਕਾਰੀਆਂ ਨੇ ਇਸ ਯੋਜਨਾ ਨੂੰ ਭ੍ਰਿਸ਼ਟ ਮਾਂਚੂ ਪ੍ਰਸ਼ਾਸਨ ਨੂੰ ਸਥਾਈ ਰੂਪ ਵਿੱਚ ਕਾਇਮ ਰੱਖਣ ਦਾ ਇੱਕ ਨਵਾਂ ਯਤਨ ਸਮਝਿਆ। ਇਸ ਪਿੱਛੋਂ ਲੋਕਾਂ ਨੇ ਦੁਕਾਨਾਂ ਬੰਦ ਕਰਕੇ, ਵਿਦਿਆਰਥੀਆਂ ਨੇ ਸਕੂਲਾਂ ਤੇ ਕਾਲਜਾਂ ਦਾ ਬਾਈਕਾਟ ਕਰਕੇ, ਮੁਲਾਜ਼ਮਾਂ ਨੂੰ ਕੰਮ ਤੋਂ ਗੈਰ ਹਾਜ਼ਰ ਹੋ ਕੇ ਅਤੇ ਲੋਕਾਂ ਨੂੰ ਟੈਕਸ ਨਾ ਦੇ ਕੇ ਜਿਹੜਾ ਹੈ ਆਪਣੀ ਰੈਵੋਲਿਊਸ਼ਨ ਦੀ ਸ਼ੁਰੂਆਤ ਕੀਤੀ। ਹੁਣ ਇਹ ਰੈਵੋਲਿਊਸ਼ਨ ਬੱਚੇ ਸ਼ੁਰੂ ਕਿੱਥੋਂ ਹੁੰਦੀ ਹੈ? ਜਦੋਂ ਆਪਾਂ ਰੈਵੋਲਿਊਸ਼ਨ ਦੇ ਸ਼ੁਰੂ ਕਰਨ ਦੀ ਗੱਲ ਕਰਦੇ ਹਾਂ ਤਾਂ ਆਪਾਂ ਇਸ ਨੂੰ ਕਹਿੰਦੇ ਨੇ ਹੈਂਕੋ ਅਪਰਾਈਜ਼ਿੰਗ। ਹੁਣ ਹੈਂਕੋ ਜਿਹੜਾ ਸਪੈਲਿੰਗ ਹੈ ਬੜੇ ਸਾਰੇ ਕਿਤਾਬਾਂ ਦੇ ਵਿੱਚ HANKOU ਵੀ ਹੈ, KOW ਵੀ ਹੈ। ਸੋ ਸਭ ਤੋਂ ਪਹਿਲਾਂ ਰੈਵੋਲਿਊਸ਼ਨ ਦਾ ਪਹਿਲਾ ਪਾਰਟ ਜਿਹੜਾ ਹੈ ਦੈਟ ਇਜ਼ ਹੈਂਕੋ ਅਪਰਾਈਜ਼ਿੰਗ ਐਂਡ ਨੈਨਕਿਨ ਦੇ ਵਿੱਚ ਪ੍ਰੋਵਿਜ਼ਨਲ ਗਵਰਨਮੈਂਟ ਬਣਦੀ ਹੈ। ਸਤੰਬਰ 1911 ਈਸਵੀ ਨੂੰ ਕ੍ਰਾਂਤੀ ਦਾ ਆਰੰਭ ਅਸਲ ਵਿੱਚ ਉਸ ਅਚਾਨਕ ਹੋਏ ਬੰਬ ਧਮਾਕੇ ਨਾਲ ਹੋਇਆ ਜੋ ਕਿ ਹੈਂਕੋ ਵਿੱਚ 10 ਅਕਤੂਬਰ 1911 ਈਸਵੀ ਵਿੱਚ ਉਸ ਸਮੇਂ ਹੋਇਆ ਜਦੋਂ ਪੱਛਮੀ ਪ੍ਰਾਂਤ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦਾ ਯਤਨ ਕਰ ਰਹੇ ਸੀ। ਦੇਖੋ ਹੈਂਕੋ ਦੇ ਵਿੱਚ ਬੱਚੇ ਇੱਕ ਬੰਬ ਮੈਨੂਫੈਕਚਰਿੰਗ ਯੂਨਿਟ ਸੀਗਾ ਔਰ ਵੈਸੇ ਅਚਾਨਕ ਹੀ ਉੱਥੇ ਇੱਕ ਬੰਬ ਜਿਹੜਾ ਹੈ ਉਹ ਐਕਸਪਲੋਡ ਕਰ ਗਿਆ ਐਂਡ ਦ ਰੈਵੋਲਿਊਸ਼ਨ ਸਟਾਰਟਡ from that ਔਰ ਫਟਾਫਟ ਜਿਹੜਾ ਹੈ ਗਵਰਨਮੈਂਟ ਨੇ ਇਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਔਰ ਪਤਾ ਲੱਗਿਆ ਕਿ ਇੱਥੇ ਬੜੇ ਸਾਰੇ ਜਿਹੜੇ ਸੀਕ੍ਰੇਟ ਰੈਵੋਲੂਸ਼ਨਰੀ ਆਰਗੇਨਾਈਜੇਸ਼ਨਸ ਜਿਹੜੇ ਨੇ ਉਹ ਇੱਥੇ ਕੰਮ ਕਰ ਰਹੇ ਸੀ। ਹੁਣ ਹੈਂਕੋ ਅਪਰਾਈਜ਼ਿੰਗ ਤੋਂ ਚੀਨ ਦਾ ਇੱਕ ਹੋਰ ਪ੍ਰੋਵਿੰਸ ਹੈ ਵੂਚਾਂਗ। ਇਹ ਜਿਹੜਾ ਘਟਨਾ ਤੋਂ ਬਾਅਦ ਵੂਚਾਂਗ ਦੇ ਫੌਜੀਆਂ ਨੇ ਕਰਨਲ ਲੀ ਹੁਆਨ ਹੁੰਗ ਇਸ ਨੂੰ ਆਪਣਾ ਲੀਡਰ ਜਿਹੜਾ ਹੈ ਘੋਸ਼ਿਤ ਕਰ ਦਿੱਤਾ ਔਰ ਇਸ ਦੇ ਅੰਡਰ ਜਿਹੜੀ ਹੈ ਆਪਣਾ ਵਿਦਰੋਹ ਸ਼ੁਰੂ ਕਰ ਦਿੱਤਾ। ਛੇਤੀ ਹੀ ਸਾਰੇ ਪਿੰਡਾਂ ਦੇ ਵਿੱਚ ਲੋਕਾਂ ਨੇ ਵਿਦਰੋਹ ਕਰ ਦਿੱਤਾ। ਹੈਂਕੋ ਦੀ ਘਟਨਾ ਨੇ ਛੇਤੀ ਹੀ ਯੰਗਸ ਨਦੀ ਦੇ ਚੀਨ ਦੇ ਦੱਖਣੀ ਪ੍ਰਾਂਤਾਂ ਵਿੱਚ ਸਦਰਨ ਪ੍ਰਾਂਤਾਂ ਦੇ ਵਿੱਚ ਵੀ ਲੋਕਾਂ ਨੂੰ ਵਿਦਰੋਹ ਕਰਨ ਲਈ ਪ੍ਰੇਰਿਤ ਕੀਤਾ। ਇਸੇ ਮਹੀਨੇ ਵਿੱਚ ਦੱਖਣੀ ਪ੍ਰਾਂਤ ਪੀਕਿੰਗ ਦੇ ਅਧਿਕਾਰ ਤੋਂ ਸੁਤੰਤਰ ਹੋ ਗਿਆ ਅਤੇ ਕ੍ਰਾਂਤੀਕਾਰੀਆਂ ਦਾ ਮੁੱਖ ਕੇਂਦਰ ਬਣ ਗਿਆ। ਠੀਕ ਹੈ ਜੀ। ਸੋ ਬੜੇ ਸਾਰੇ ਤੁਹਾਡੇ ਸੀਕ੍ਰੇਟ ਜਿਹੜੇ ਆਰਗੇਨਾਈਜੇਸ਼ਨ ਸੀ ਦੇ ਆਲਸੋ ਬਿਕੇਮ ਐਕਟਿਵ ਐਂਡ ਹੁਣ ਚੀਨ ਜਿਹੜਾ ਹੈ ਸਾਰਿਆਂ ਦੇ ਵਿੱਚ ਜਿਹੜਾ ਹੈ ਰੈਵੋਲਿਊਸ਼ਨ ਬੜੀ ਜਲਦੀ ਜਿਹੜਾ ਹੈ ਇਸ ਨੂੰ ਕੀਤਾ ਜਾ ਰਿਹਾ ਹੈ। ਰਾਈਟ ਦੈਨ ਇਜ਼ ਇਸ ਟਾਈਮ ਦੇ ਵਿੱਚ ਜਿਹੜੇ ਬੱਚੇ ਚੀਨ ਦੇ ਮਾਂਚੂ ਰੂਲਰ ਸੀ ਦੇ ਫੈਲਟ ਕਿ ਇਸ ਟਾਈਮ ਜਿਹੜਾ ਹੈ ਇਟ ਇਜ਼ ਵੈਰੀ ਇੰਪੋਰਟੈਂਟ ਕਿ ਅਸੀਂ ਕਿਸੇ ਤਰੀਕੇ ਨਾਲ ਵੀ ਇਸ ਰੈਵੋਲਿਊਸ਼ਨ ਦੇ ਉੱਤੇ ਜਿਹੜਾ ਹੈ ਠੱਲ ਪਾ ਸਕੀਏ। ਇਸ ਸਮੇਂ ਸਨ ਯਾਤ ਸਨ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਸੰਘਰਸ਼ ਕਰ ਰਹੇ ਸੀ। ਹੀ ਵਾਸ ਟਰਾਈਂਗ ਟੂ ਗੈਟ ਦ ਨਿਊਟਰੈਲਿਟੀ ਆਫ ਬ੍ਰਿਟਨ ਐਂਡ ਅਮਰੀਕਾ ਕਿਉਂਕਿ ਉਹ ਨਹੀਂ ਚਾਹੁੰਦੇ ਸੀ ਕਿ ਇਸ ਰੈਵੋਲਿਊਸ਼ਨ ਦੇ ਵਿੱਚ ਬ੍ਰਿਟਨ ਜਾਂ ਅਮਰੀਕਾ ਜਿਹੜਾ ਹੈ ਉਹ ਇਹਨਾਂ ਰੂਲਰਸ ਦਾ ਸਾਥ ਦੇਵੇ। ਹੀ ਵਾਸ ਜਸਟ ਇਨ ਅਮਰੀਕਾ ਟਰਾਈਂਗ ਟੂ ਬ੍ਰਿੰਗ ਅਬਾਊਟ ਦ ਨਿਊਟਰੈਲਿਟੀ ਆਫ ਥੀਸ ਕੰਟਰੀਜ਼ ਐਂਡ ਟਰਾਈਂਗ ਟੂ ਗੈਟ ਮਨੀ ਫॉर ਦੀ ਰੈਵੋਲਿਊਸ਼ਨ। ਇਸੇ ਦੌਰਾਨ ਜਿਹੜਾ ਹੈ 22 ਅਕਤੂਬਰ 1911 ਈਸਵੀ ਨੂੰ ਪੀਕਿੰਗ ਵਿਖੇ ਰਾਸ਼ਟਰੀ ਅਸੈਂਬਲੀ ਦਾ ਸਮਾਗਮ ਸ਼ੁਰੂ ਹੋਇਆ। ਇਸ ਅਸੈਂਬਲੀ ਨੇ ਰੇਲ ਮਾਰਗਾਂ ਦੇ ਰਾਸ਼ਟਰੀ ਨੈਸ਼ਨਲਾਈਜੇਸ਼ਨ ਬਾਰੇ ਪ੍ਰਾਂਤਾਂ ਦਾ ਪੱਖ ਲੈਂਦੇ ਹੋਏ ਸਰਕਾਰ ਸਾਹਮਣੇ 3 ਮੁੱਖ ਮੰਗਾਂ ਰੱਖੀਆਂ। ਹੁਣ ਇਹ ਨੈਸ਼ਨਲ ਅਸੈਂਬਲੀ ਦੀ ਗੱਲ ਆਈ ਥਿੰਕ ਮੈਂ ਤੁਹਾਡੇ ਨਾਲ ਪਹਿਲਾਂ ਨਹੀਂ ਕੀਤੀ ਸੀ। ਜਦੋਂ ਐਂਪਰੈਸ ਜਿਹੜੀ ਹੈ ਜਦੋਂ ਬਾਕਸਰ ਰਿਬੇਲੀਅਨ ਤੋਂ ਬਾਅਦ ਉਹਨਾਂ ਨੇ ਨੈਸ਼ਨਲ ਅਸੈਂਬਲੀ ਬਣਾ ਦਿੱਤੀ ਸੀ ਰਾਈਟ। ਲੇਕਿਨ ਨੈਸ਼ਨਲ ਅਸੈਂਬਲੀ ਕੋਈ ਬਹੁਤ ਜ਼ਿਆਦਾ ਪਾਵਰਸ ਉਸ ਨੂੰ ਨਹੀਂ ਦਿੱਤੀਆਂ ਗਈਆਂ ਸੀ ਔਰ ਹੁਣ ਯੂਆਨ ਸ਼ਿਕਾਈ ਜਿਹੜਾ ਹੈ ਉਸ ਇਸ ਟਾਈਮ ਜਨਰਲ ਸੀਗਾ। ਉਸਨੇ ਐਂਪਰੈਸ ਦੇ ਸਾਹਮਣੇ ਜਿਹੜਾ ਹੈ ਇਸ
ਇਹਨਾਂ ਤਿੰਨ ਗੱਲਾਂ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਕੋਈ ਯੋਗ ਨੇਤਾ ਦੇ ਹੇਠ ਜਿਹੜੀ ਹੈ ਮੰਤਰੀ ਮੰਡਲ ਜਾਂ ਮਿਨਿਸਟਰੀ ਬਣਾਈ ਜਾਵੇ, ਸਾਰੇ ਰਾਜਨੀਤਿਕ ਅਪਰਾਧੀਆਂ ਨੂੰ ਪੋਲੀਟੀਕਲ ਪ੍ਰਿਜ਼ਨਰਸ ਨੂੰ ਮਾਫੀ ਦੇ ਦਿੱਤੀ ਜਾਵੇ ਅਤੇ ਅਸੈਂਬਲੀ ਦੇ ਹੈਲਪ ਦੇ ਨਾਲ ਜਿਹੜਾ ਹੈ ਚਾਈਨਾ ਦੇ ਵਿੱਚ ਇੱਕ ਕੌਨਸਟੀਟਿਊਸ਼ਨ ਤਿਆਰ ਕੀਤਾ ਜਾਵੇ। ਠੀਕ ਹੈ ਜੀ। ਸੋ ਇਹਨਾਂ ਤਿੰਨਾਂ ਗੱਲਾਂ ਨੂੰ ਮਾਂਚੂ ਰੂਲਰਸ ਨੇ ਜਿਹੜਾ ਹੈ ਪ੍ਰਵਾਨਗੀ ਦਿੱਤੀ, ਰਾਈਟ। ਅਸੈਂਬਲੀ ਦੀ ਪਹਿਲੀ ਮੰਗ ਪੂਰੀ ਕਰਨ ਅਤੇ ਕ੍ਰਾਂਤੀਕਾਰੀਆਂ ਦੇ ਦਮਨ ਦੇ ਉਦੇਸ਼ ਨਾਲ ਪ੍ਰਿੰਸ ਚੁਨ ਨੇ ਜ਼ਬਰੀ ਰਿਟਾਇਰ ਕਰ ਲਿਆ ਅਤੇ ਜਨਰਲ ਯੂਆਨ ਕੀ ਸ਼ਾਈ ਨੂੰ ਦੇਸ਼ ਦੀ ਸੈਨਾ ਦਾ ਕਮਾਨ ਸੌਂਪੀ ਅਤੇ 8 ਨਵੰਬਰ ਨੂੰ ਰਾਸ਼ਟਰੀ ਅਸੈਂਬਲੀ ਨੇ ਯੂਆਨ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ। ਯਾਨੀ ਕਿ ਬੱਚੇ 3 ਨਵੰਬਰ ਨੂੰ ਉਹਨਾਂ ਨੇ ਸਾਰੀ ਗੱਲਾਂ ਮੰਨ ਦਿੱਤੀਆਂ, 3 ਨਵੰਬਰ ਨੂੰ ਗੱਲਾਂ ਮੰਨ ਦਿੱਤੀਆਂ ਔਰ 8 ਨਵੰਬਰ ਵਿੱਚ ਰਾਸ਼ਟਰੀ ਅਸੈਂਬਲੀ ਨੇ ਇੰਟਰਮ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹ ਯੂਆਨ ਸ਼ਿਕਾਈ ਨੂੰ ਬਣਾ ਦਿੱਤਾ ਕਿ ਜਦ ਤੱਕ ਸਾਡਾ ਕੌਨਸਟੀਟਿਊਸ਼ਨ ਤਿਆਰ ਨਹੀਂ ਹੁੰਦਾ ਇਸ ਨੂੰ ਹੀ ਆਪਾਂ ਆਪਣਾ ਜਿਹੜਾ ਹੈ ਹੈੱਡ ਮੰਨਾਂਗੇ। ਦੇਖੋ ਇਸ ਟਾਈਮ 'ਤੇ ਦੋ ਪਾਵਰ ਦੀ ਆਪਾਂ ਗੱਲ ਕਰਦੇ ਹਾਂ, ਇੱਕ ਆਪਾਂ ਬੀਜਿੰਗ ਦੀ ਗੱਲ ਕਰਦੇ ਹਾਂ, ਦੂਸਰਾ ਨਾਨਕਿਨ ਦੀ ਗੱਲ ਕਰਦੇ ਹਾਂ। ਨਾਨਕਿਨ ਦੇ ਵਿੱਚ ਜਿਹੜਾ ਹੈ ਸਨ ਯਾਤ ਸਨ ਹੁਣ ਵਾਪਸ ਆ ਗਏ ਸੀ ਅਮਰੀਕਾ ਤੋਂ ਐਂਡ ਲੋਕਾਂ ਨੇ ਉਹਨਾਂ ਨੂੰ ਉੱਥੋਂ ਦਾ ਰਾਜਾ ਜਿਹੜਾ ਹੈ ਉਹ ਘੋਸ਼ਿਤ ਕਰ ਦਿੱਤਾ। ਹੁਣ ਬੜਾ ਅਜੀਬ ਕਿਸਮ ਦਾ ਮਾਹੌਲ ਬਣ ਗਿਆ ਸੀ ਬਿਕੋਜ਼ ਇੱਕ ਪਾਸੇ ਨਾਨਕਨ ਦੇ ਵਿੱਚ ਡਾਕਟਰ ਸਨ ਯਾਤ ਸਨ ਇਜ਼ ਦ ਰੂਲਰ, ਦੂਜੇ ਪਾਸੇ ਬੱਚੇ ਪੀਕਿੰਗ ਜਾਂ ਬੀਜਿੰਗ ਜਿਹੜਾ ਹੈ ਉਹਦੇ ਵਿੱਚ ਸਨ ਯਾਤ ਸਨ ਹੈ, ਲੇਕਿਨ ਇੱਥੇ ਬੀਜਿੰਗ ਦੇ ਵਿੱਚ ਜਿਹੜੇ ਨੇ ਯੂਆਨ ਸ਼ਿਕਾਈ ਹੈ। ਲੇਕਿਨ ਡਾਕਟਰ ਸਨ ਯਾਤ ਸਨ ਜਿਹੜੇ ਨੇ ਉਹਨਾਂ ਨੇ ਬੜਾ ਇੰਪੋਰਟੈਂਟ ਉਹਨਾਂ ਦੀ ਪਰਸਨੈਲਿਟੀ ਦਾ ਪਾਰਟ ਹੈ। ਉਹਨਾਂ ਨੂੰ ਲੱਗਿਆ ਕਿ ਇਸ ਟਾਈਮ ਜੇ ਉਹ ਸਟੈਪ ਡਾਊਨ ਕਰ ਦਿੰਦੇ ਨੇ ਐਂਡ ਹੀ ਅਲਾਉਜ਼ ਯੂਆਨ ਸ਼ਿਕਾਈ ਟੂ ਬਿਕਮ ਦ ਪ੍ਰੀਮੀਅਰ ਆਫ ਦ ਕੰਟਰੀ, ਦ ਰੂਲਰ ਆਫ ਦ ਕੰਟਰੀ, ਉਹੀ ਯੂਨਿਟੀ ਹੀ ਚਾਈਨਾ ਦੇ ਲਈ ਬਹੁਤ ਇੰਪੋਰਟੈਂਟ ਹੈ। ਸੋ ਹੀ ਸਟੈਪਸ ਡਾਊਨ ਇਨ ਫੇਵਰ ਆਫ ਦੀ ਯੂਆਨ ਸ਼ਿਕਾਈ। ਡਾਕਟਰ ਸੁਨ ਯਾਤ ਸਨ ਨੇ ਯੂਆਨ ਨੂੰ ਰਾਸ਼ਟਰਪਤੀ ਮੰਨਦੇ ਹੋਏ ਸਿਆਸੀ ਜੀਵਨ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ। ਯੂਆਨ ਨੇ ਹੁਣ ਮਾਂਚੂ ਰਾਜੇ ਕੁਆਂਗ ਹਸੂ ਦੀ ਵਿਧਵਾ ਰਾਣੀ ਅਤੇ ਰਾਜਕੁਮਾਰ ਚੁਨ ਨੂੰ ਸਨਮਾਨਪੂਰਨ ਢੰਗ ਨਾਲ ਸਿੰਘਾਸਨ ਤਿਆਗਣ ਲਈ ਮਨਾ ਲਿਆ। ਸਿੱਟੇ ਵਜੋਂ 12 ਫਰਵਰੀ 1912 ਈਸਵੀ 'ਤੇ ਇਹ ਸ਼ਾਹੀ ਐਲਾਨ ਦੁਆਰਾ ਦੇਸ਼ ਦੀ ਸਾਰੀ ਰਾਜਨੀਤਿਕ ਸ਼ਕਤੀ ਯੂਆਨ ਸ਼ਿਕਾਈ ਜਨਰਲ ਨੂੰ ਸੌਂਪ ਦਿੱਤੀ ਗਈ। ਅਗਲੇ ਦਿਨ 13 ਫਰਵਰੀ 1912 ਯੂਆਨ ਕੁਸ਼ਾਈ ਨੂੰ ਨਾਨਕਿੰਗ ਦੀ ਕ੍ਰਾਂਤੀ ਅਸੈਂਬਲੀ ਨੇ ਗਣਤੰਤਰ ਦਾ ਪਹਿਲਾ ਰਾਸ਼ਟਰਪਤੀ ਵੀ ਚੁਣ ਲਿਆ। ਠੀਕ ਹੈ ਜੀ। ਸੋ ਇਹ ਰੈਵੋਲਿਊਸ਼ਨ ਜਿਹੜੀ ਹੈ ਇੱਥੇ ਕੰਪਲੀਟ ਹੋ ਜਾਂਦੀ ਹੈ ਕਿਉਂਕਿ ਮਾਂਚੂ ਰੂਲਰ ਜਿਹੜੇ ਨੇ ਪ੍ਰਿੰਸ ਚੁਨ ਐਂਡ ਜਿਹੜੇ ਨੇ ਦੇ ਗਿਵ ਅਪ, ਦੇ ਐਬਡੀਕੇਟ ਐਂਡ ਨਾਓ there is a Republic of China is now established with Yuan Shikai as the Prime Minister or the as the head of the Chinese Republic। ਠੀਕ ਹੈ ਜੀ। ਇਸ ਦੇ ਰਿਜ਼ਲਟ ਕੀ ਹੋਏ ਬੱਚੇ? ਸਭ ਤੋਂ ਪਹਿਲਾਂ ਮਾਂਚੂ ਡਾਇਨੈਸਟੀ ਜਿਹੜਾ ਹੈ ਉਸ ਦਾ ਅੰਤ ਹੋ ਗਿਆ, ਉਸ ਦਾ ਪਤਨ ਹੋ ਗਿਆ। ਨੰਬਰ 2 ਐਂਡ ਆਫ ਦੀ ਮੋਨਾਰਕੀਕਲ ਆਈਡੀਓਲੋਜੀ ਦਾ ਐਂਡ ਹੋਇਆ, ਰਾਈਟ। ਹਾਲਾਂਕਿ ਬੱਚੇ ਜਦੋਂ ਆਪਾਂ 1949 ਦੀ ਗੱਲ ਕਰਾਂਗੇ ਤਾਂ ਆਪਾਂ ਦੇਖਾਂਗੇ ਕਿ ਕਿਸ ਤਰੀਕੇ ਨਾਲ ਯੂਆਨ ਸ਼ਿਕਾਈ ਜਿਸਨੇ ਇਹ ਸੋਚਿਆ ਸੀ ਕਿ ਸ਼ਾਇਦ ਮੈਂ ਜਿਹੜਾ ਹੈ ਰਿਪਬਲਿਕ ਕਰਾਂਗਾ, ਕੌਨਸਟੀਟਿਊਸ਼ਨ ਕਰਾਂਗਾ, ਬਟ ਇਵੈਂਚੁਅਲੀ ਉਹ ਸਾਰੀ ਜਿਹੜੀ ਪਾਵਰ ਹੈ ਫਿਰ ਆਪਣੇ ਹੱਥ ਦੇ ਅੰਦਰ ਕਰ ਦੇਗਾ ਔਰ ਕਿਵੇਂ ਕਮਿਊਨਿਸਟ ਪਾਰਟੀ ਜਿਹੜੀ ਹੈ ਦੈਟ ਵਿਲ ਬਿਕਮ ਇੰਪੋਰਟੈਂਟ। ਦਿਸ ਵਿਲ ਦੀ ਪਾਰਟ ਆਫ ਦੀ 1949 ਰਿਵੋਲਟ, ਰਾਈਟ। ਫਿਰ ਹੈ ਵੀਕ ਸੈਂਟਰਲ ਅਥਾਰਟੀ ਐਂਡ ਰਾਈਜ਼ ਆਫ ਰੀਜਨਲਿਜ਼ਮ। ਦੇਖੋ ਇਸ ਸਮੇਂ ਦਾ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਯੂਆਨ ਸ਼ਿਕਾਈ ਜਿਹੜਾ ਹੈ ਉਸਨੇ ਆਪਣੇ ਆਪ ਨੂੰ ਸਾਰਾ ਪਾਵਰਫੁਲ ਘੋਸ਼ਿਤ ਕਰਤਾ ਅਤੇ ਜਿੰਨੇ ਵੀ ਤੁਹਾਡੇ ਛੋਟੇ ਛੋਟੇ ਪ੍ਰੋਵਿੰਸਿਸ ਥੇ ਉਹਨਾਂ ਨੇ, ਚਾਹੇ ਉਹ ਬਿਲਕੁਲ ਪ੍ਰਿਪੇਅਰ ਨਹੀਂ ਸੀ, ਬਟ ਉਹਨਾਂ ਨੇ ਸੈਂਟਰਲ ਗਵਰਨਮੈਂਟ ਤੋਂ ਆਪਣੇ ਆਪ ਨੂੰ ਵੱਖ ਕਰ ਦਿੱਤਾ। ਇਸ ਨੂੰ ਅਸੀਂ ਏਰਾ ਆਫ ਵਾਰਲॉर्ड्स ਵੀ ਕਹਿੰਦੇ ਹੈ। ਠੀਕ ਹੈ। ਦੇਸ਼ ਦੇ ਕਈ ਪ੍ਰਾਂਤਾਂ ਵਿੱਚ ਸੈਨਿਕ ਅਧਿਕਾਰੀਆਂ ਅਧੀਨ ਸੁਤੰਤਰ ਸਰਕਾਰਾਂ ਦਾ ਗਠਨ ਹੋ ਗਿਆ, ਯਾਨੀ ਕਿ ਪ੍ਰੋਵਿੰਸਿਸ ਦੇ ਵਿੱਚ ਜਿਹੜੇ ਨੇ ਡਿਫਰੈਂਟ ਮਿਲਟਰੀ ਗਵਰਨਮੈਂਟਸ ਬਣ ਗਿਆ। ਕੇਂਦਰ ਸਰਕਾਰ ਦੀ ਕਮਜ਼ੋਰੀ ਕਾਰਨ ਰੂਸ ਨੇ ਦੱਖਣ ਵਿੱਚ
ਕਮਿਊਨਿਸਟ ਵਿਚਾਰਾਂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਉੱਤਰੀ ਚੀਨ ਦੇ ਇਲਾਕਿਆਂ ਵਿੱਚ ਜਾਪਾਨ ਨੇ ਬਹੁਤ ਸਾਰੀ ਰਿਆਸਤਾਂ ਪ੍ਰਾਪਤ ਕਰ ਲਈਆਂ, ਰਾਈਟ। ਸੋ ਇਸ ਤਰੀਕੇ ਦਾ ਮਾਹੌਲ ਜਿਹੜਾ ਹੈ ਚੀਨ ਦੇ ਵਿੱਚ ਬਣ ਗਿਆ ਸੀ। ਸਾਊਥ ਦੇ ਵਿੱਚ ਕਮਿਊਨਿਸਟ ਪਾਰਟੀ ਜਿਹੜੀ ਹੈ ਰਸ਼ੀਆ ਦੀ, ਦੈਟ ਵਾਜ਼ ਬਿਕਮਿੰਗ ਇੰਪੋਰਟੈਂਟ। ਨਾਰਥ ਦੇ ਵਿੱਚ ਬਹੁਤ ਸਾਰੇ ਏਰੀਆਜ਼ ਜਾਪਾਨ ਹੈਡ ਅਗੇਨ ਟੇਕਨ। ਸੋ ਇਸ ਦਾ ਇੱਕ ਹੋਰ ਇੰਪੈਕਟ ਇਹ ਪਿਆ ਕਿ ਰੀਜਨਲਿਜ਼ਮ ਜਿਹੜਾ ਹੈ ਦੈਟ ਬਿਕੇਮ ਇੰਪੋਰਟੈਂਟ। ਐਡਵੈਂਟ ਆਫ ਨਿਊ ਆਈਡੀਆਜ਼, ਆਫ ਕੋਰਸ ਇਸ ਦੇ ਨਾਲ ਜਿਹੜੀ ਹੈ ਬੜੇ ਸਾਰੇ ਨਵੇਂ ਆਈਡੀਆਜ਼ ਜਿਹੜੇ ਨੇ ਇਸ ਰੈਵੋਲੂਸ਼ਨ ਦਾ ਰਿਜ਼ਲਟ ਰਹੇ। ਦੈਨ ਦ ਨੈਸ਼ਨਲ ਸਪਿਰਿਟ ਵਾਜ਼ ਆਲਸੋ ਸਟਰੈਂਥਨਡ। There is the nationalists also got the military assistance, right? And ਲਾਸਟ ਦੇ ਵਿੱਚ ਆਪਾਂ ਕਰਾਂਗੇ ਦੀ ਇਮਰਜੈਂਸ ਆਫ ਦੀ ਮਾਓਤਸ ਥਿੰਗ ਐਂਡ ਦੈਨ ਦ ਮਾਡਰਨਾਈਜੇਸ਼ਨ ਆਫ ਚੀਨ। ਨਾਓ ਸਮਾਜਵਾਦੀ ਵਿਚਾਰਾਂ ਤੋਂ ਵੱਖ ਹੋਣ ਪਿੱਛੋਂ ਚਿਆਂਗ ਦੀ ਸਰਕਾਰ ਨੇ ਕਮਿਊਨਿਸਟ ਪਾਰਟੀ ਦਾ ਪ੍ਰਭਾਵ ਸਮਾਪਤ ਕਰਨਾ ਚਾਹਿਆ, ਪਰੰਤੂ ਉਸ ਨੂੰ ਇਸ ਕਾਰਜ ਵਿੱਚ ਵਧੇਰੀ ਸਫਲਤਾ ਪ੍ਰਾਪਤ ਨਾ ਹੋ ਸਕੀ। ਕਮਿਊਨਿਸਟ ਨੇ ਹੌਲੀ ਹੌਲੀ ਪਿੰਡਾਂ ਵਿੱਚ ਆਪਣਾ ਪ੍ਰਭਾਵ ਵਧਾ ਲਿਆ। ਆਈ ਥਿੰਕ ਆਲ ਦਿਸ ਵੀ ਵਿਲ ਡਿਸਕਸ in 1949 revolution as well, because the most important result of this revolution was that increase of the communism in China, right? And in that Russia was trying to help China. Then is modernization of China. Nanking ਸਰਕਾਰ ਦੀ ਸਥਾਪਨਾ ਪਿੱਛੋਂ ਹੌਲੀ ਹੌਲੀ ਚੀਨ ਦਾ ਮਾਡਰਨਾਈਜੇਸ਼ਨ ਵੀ ਆਰੰਭ ਹੋਇਆ। ਰਾਸ਼ਟਰੀ ਸਰਕਾਰ ਨੇ ਇੱਕ ਅੰਗਰੇਜ਼ੀ ਸੰਵਿਧਾਨ ਦੇਸ਼ ਵਿੱਚ ਲਾਗੂ ਕਰ ਦਿੱਤਾ। ਕਾਨੂੰਨ ਨੂੰ ਨਵੇਂ ਸਿਰੇ ਤੋਂ ਜਿਹੜਾ ਹੈ ਨਿਯਮਬੱਧ ਕਰ ਦਿੱਤਾ। ਸੈਨਾ ਦਾ ਵੀ ਪੁਨਰਗਠਨ ਕੀਤਾ। ਸੋ ਬਹੁਤ ਸਾਰੇ ਇਸ ਤਰੀਕੇ ਦੇ ਰਿਫਾਰਮਸ ਇਨ ਐਜੂਕੇਸ਼ਨ, ਮਿਲਟਰੀ, ਆਲ ਦਿਸ ਵਰ ਡਨ। ਸੋ ਇੱਕ ਤਰੀਕੇ ਨਾਲ ਬੱਚੇ ਜੇ ਆਪਾਂ ਦੇਖੀਏ ਤੇ ਇਸ ਕ੍ਰਾਂਤੀ ਨੇ ਜਿਹੜਾ ਹੈ ਮਾਂਚੂ ਡਾਇਨੈਸਟੀ ਦਾ ਰੂਲ ਖਤਮ ਕਰਕੇ ਇਟ ਇਸਟੈਬਲਿਸ਼ਡ ਅ ਰਿਪਬਲਿਕ ਔਰ ਡੈਮੋਕ੍ਰੇਸੀ ਇਨ ਚਾਈਨਾ। ਕਿਸ ਹੱਦ ਤੱਕ ਇਸਟੈਬਲਿਸ਼ ਹੋਈ? ਬਿਕੋਜ਼ ਅਗੇਨ ਯੂ ਫਾਈਂਡ ਅਨਦਰ ਰੈਵੋਲੂਸ਼ਨ ਵੇਅਰ communism spreads in China, and that we will be talking in 1949. So ਇਸ lecture ਤੋਂ ਬਾਅਦ ਬੱਚੇ I will not say that you know everything. Of course ਆਪਣੀ ਕਿਤਾਬ ਚੋਂ ਇੱਕ ਵਾਰ ਦੁਬਾਰਾ ਇਸ ਨੂੰ ਪੜ੍ਹੋ, things will be much more clearer to you. And for the English version of the same you can refer to my another lecture. Thank you.